नमस्कार, आदाब, सत श्री अकाल। हमदर्द टीवी देखने वाले ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਕੱਲ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅੱਜ ਹੈ ਜੀ ਦਿਨ ਮੰਗਲਵਾਰ ਯਾਨੀ ਕਿ ਟਿਊਜ਼ਡੇ ਦੇ ਟੋਰਾਂਟੋ ਸਮੇਂ ਦੇ ਮੁਤਾਬਿਕ ਇਸ ਵਕਤ 3 ਵਜ ਚੁੱਕੇ ਨੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈ, ਆਪਣੇ ਪ੍ਰੋਸੈਸ ਦੇ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਵਿੱਚ ਆਪਣੇ ਸਕੋਪ ਜਾਣਨਾ ਚਾਹੁੰਦੇ ਹੋ, ਸਾਨੂੰ ਅੱਜ ਦਾ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਗੁਰਪ੍ਰੀਤ ਖਹਿਰਾ। बहुत बहुत स्वागत है सर। बहुत बहुत शुक्रिया तरन जी ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਕਰੈਕਟ ਕਰ ਲਾਂ, ਇਟਸ ਫਰਮ CWC ਇਮੀਗ੍ਰੇਸ਼ਨ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਿ ਅੱਜ ਕ੍ਰਿਮੀਨੈਲਿਟੀ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਕੇਸਿਸ ਬਹੁਤ ਹੋ ਰਹੇ ਨੇ ਇੱਥੇ, ਅਸੀਂ ਦੇਖ ਰਹੇ ਹਾਂ ਕਿ ਖਾਸ ਤੌਰ ਤੇ ਜਿਹੜੇ ਬੱਚੇ ਇੱਥੇ ਆ ਰਹੇ ਨੇ ਗੱਡੀਆਂ ਵੀ ਲੈ ਰਹੇ ਨੇ ਤੇ ਉਸ ਤੋਂ ਬਾਅਦ ਗੱਡੀਆਂ ਦੇ ਸ਼ੌਂਕ ਵੀ ਪੂਰੇ ਕਰ ਰਹੇ ਨੇ। ਡਰਿੰਕ ਐਂਡ ਡਰਾਈਵ ਦੇ ਬਹੁਤ ਸਾਰੇ ਮਾਮਲੇ ਹੋ ਰਹੇ ਨੇ। ਬਿਲਕੁਲ ਜੀ। ਸੋ ਜੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਕ੍ਰਿਮੀਨੈਲਿਟੀ ਦੇ ਵਿੱਚ ਫੜੇ ਜਾਂਦੇ ਹੋ, ਕੀ ਇਹਦਾ ਤੁਹਾਡੇ ਕੋਈ ਇਮੀਗ੍ਰੇਸ਼ਨ ਦੇ ਉੱਤੇ, ਇਹਦੇ ਸਟੇਟਸ ਦੇ ਉੱਤੇ ਕੋਈ ਅਸਰ ਪੈ ਸਕਦਾ? ਬਿਲਕੁਲ ਤਰਨ, ਜਿਹੜੇ ਤਾਂ ਸਿਟੀਜ਼ਨਸ ਨੇ ਟੈਕਨੀਕਲੀ ਉਹਨਾਂ ਨੂੰ ਤਾਂ ਨਹੀਂ ਫਰਕ ਪਊਗਾ ਜੀ। ਜਿਹੜੇ ਨਾਨ ਸਿਟੀਜ਼ਨਸ ਨੇ, ਚਾਹੇ ਉਹ ਪਰਮਨੈਂਟ ਰੈਜ਼ੀਡੈਂਟ ਨੇ, ਚਾਹੇ ਉਹ ਵਰਕਰ ਨੇ, ਚਾਹੇ ਉਹ ਵਿਜ਼ਿਟਰ ਨੇ, ਚਾਹੇ ਸਟੂਡੈਂਟ ਨੇ, ਉਹਨਾਂ ਦੇ ਉੱਤੇ ਬਹੁਤ ਸੀਰੀਅਸ ਕੌਨਸੀਕੁਐਂਸਿਸ ਆ ਸਕਦੀਆਂ ਨੇ। ਤੋ ਇਕੱਲੀ ਸ਼ਰਾਬ ਪੀ ਕੇ ਗੱਡੀ ਚਲਾਉਣਾ ਨਹੀਂ, ਜੇ ਤੁਸੀਂ ਮੈਰਵਾਨਾ ਦੇ ਇਨਫਲੂਐਂਸ ਥੱਲੇ ਹੈਗੇ ਹੋ ਤਾਂ ਵੀ ਉਹਨੂੰ ਬਰਾਬਰ ਮੰਨਿਆ ਜਾਂਦਾ, ਜਿਹੜਾ ਡਰਾਈਵਿੰਗ ਅੰਡਰ ਇਨਫਲੂਐਂਸ DUI ਹੈਗਾ। ਸੋ ਇਸ ਕਰਕੇ ਜਦੋਂ ਵੀ ਤੁਹਾਨੂੰ ਸਜ਼ਾ ਹੋ ਜਾਂਦੀ ਹੈ, ਕਈ ਲੋਕ ਸਜ਼ਾ ਸਿਰਫ ਜੇਲ੍ਹ ਨੂੰ ਸਜ਼ਾ ਮੰਨਦੇ ਆ। ਤੋ ਜੇਲ੍ਹ ਸਜ਼ਾ ਨਹੀਂ ਹੈਗੀ ਹੈ। ਜੇ ਤੁਹਾਨੂੰ $1 ਦਾ ਫਾਈਨ ਵੀ ਹੋ ਗਿਆ, ਉਹ ਵੀ ਸਜ਼ਾ ਹੈਗੀ ਹੈ। ਤੁਹਾਨੂੰ ਪ੍ਰੋਬੇਸ਼ਨ ਹੋ ਗਈ, ਉਹ ਵੀ ਸਜ਼ਾ। ਕਨਵਿਕਸ਼ਨ ਦਾ ਮਤਲਬ ਜੇ ਸਜ਼ਾ ਹੋ ਗਿਆ, ਸਜ਼ਾ ਕਿਸੇ ਵੀ ਰੂਪ 'ਚ ਹੋ ਸਕਦੀ ਹੈਗੀ ਆ। ਸੋ ਉਹਦੇ ਉੱਤੇ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ ਜਿਹੜੀਆਂ ਉਹ ਆ ਸਕਦੀਆਂ ਨੇ। ਪਹਿਲਾਂ ਆਪਾਂ ਨੂੰ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਜਾਣਾ ਪੈਣਾ ਹੈ ਕਿ ਇਹ ਤਬਦੀਲੀ ਕਿਉਂ ਆਈ। ਸਾਲ 2018 ਦਸੰਬਰ ਦੇ ਵਿੱਚੋਂ ਇਹ ਕਾਨੂੰਨ 'ਚ ਤਬਦੀਲੀ ਕੀਤੀ ਗਈ। ਉਦੋਂ ਹੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਮੈਰਵਾਨਾ ਹੈਗਾ ਉਹਨੂੰ ਲੀਗਲਾਈਜ਼ ਵੀ ਕੀਤਾ ਗਿਆ ਸੀਗਾ। ਸੋ ਇਹ ਸਖਤੀ ਇਸੇ ਲਈ ਲਿਆਂਦੀ ਗਈ ਤਾਂ ਕਿ ਕੱਲ੍ਹ ਨੂੰ ਜੇ ਲੋਕ ਮੈਰਵਾਨਾ ਦਾ ਸੇਵਨ ਕਰਕੇ ਉਹ ਤੋਂ ਬਾਅਦ ਉਹਨੂੰ ਡਰਾਈਵ ਕਰਨ ਤਾਂ ਫਿਰ ਉਹਦੀਆਂ ਕੌਨਸੀਕੁਐਂਸਿਸ ਸੀਰੀਅਸ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਡੈਟਰੈਂਸ ਲਾਅ ਦੇ ਵਿੱਚੋਂ ਇੱਕ ਇੰਪੋਰਟੈਂਟ ਪਾਰਟ ਹੈ। ਜੇ ਆਪਾਂ ਨੂੰ ਪਤਾ ਆਪਾਂ ਨੂੰ ਸਜ਼ਾ ਹੋਊਗੀ, ਆਪਾਂ ਨਹੀਂ ਕੰਮ ਕਰਾਂਗੇ। ਸੋ ਡੈਟਰੈਂਸ ਕਰਨ ਲਈ ਇਹਨੂੰ ਸਜ਼ਾ ਵਧਾਈ ਗਈ। ਸੋ ਪਹਿਲਾਂ 2018 ਦਸੰਬਰ ਤੋਂ ਪਹਿਲਾਂ ਜੇ ਕੋਈ ਡਰਾਈਵਿੰਗ ਅੰਡਰ ਇਨਫਲੂਐਂਸ ਹੁੰਦਾ ਸੀ, ਕੋਈ DUI ਚਾਰਜਸ ਹੁੰਦੇ ਸੀਗੇ, ਤਾਂ ਜਿਹੜੀ ਉੱਥੇ ਸਜ਼ਾ ਉਹ 5 ਸਾਲ ਤੱਕ ਹੁੰਦੀ ਸੀਗੀ ਤੇ ਉਹਨੂੰ ਸੀਰੀਅਸ ਕ੍ਰਿਮੀਨੈਲਿਟੀ ਨਹੀਂ ਮੰਨਿਆ ਜਾਂਦਾ ਸੀ, ਉਹਨੂੰ ਇਕੱਲਾ ਕ੍ਰਿਮੀਨੈਲਿਟੀ 'ਚ ਮੰਨਿਆ ਜਾਂਦਾ ਸੀਗਾ। ਸੋ ਉਹਦੇ ਨਾਲ ਜੇ ਕੋਈ ਪਰਮਾਨੈਂਟ ਰੈਜ਼ੀਡੈਂਟ ਹੁੰਦਾ ਸੀ, ਉਹਨੂੰ ਇੰਨੀਆਂ ਸੀਰੀਅਸ ਕੌਨਸੀਕੁਐਂਸਿਸ ਨਹੀਂ ਆਉਂਦੀਆਂ ਸੀ PR ਨੂੰ। ਪਰ ਸਟਿਲ ਉਦੋਂ ਵਰਕਰ ਸੀ, ਵਿਜ਼ਿਟਰ ਸੀ ਜਾਂ ਉਹ ਸਟੂਡੈਂਟ ਸੀ, ਉਹਨੂੰ ਸਟਿਲ ਸੀਰੀਅਸ ਕੌਨਸੀਕੁਐਂਸਿਸ ਆਉਂਦੀਆਂ ਸੀ। ਪਰ ਹੁਣ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੀ ਇਹ ਤਬਦੀਲੀ ਆਉਣ ਤੋਂ ਬਾਅਦ ਇਹ ਸੀਰੀਅਸ ਕੌਨਸੀਕੁਐਂਸਿਸ ਆਉਣੀਆਂ ਸ਼ੁਰੂ ਹੋਈਆਂ। ਸੋ ਜਿਹੜਾ ਸੈਕਸ਼ਨ 36(1) ਹੈਗਾ ਉਹ ਕ੍ਰਿਮੀਨੈਲਿਟੀ ਜਾਂ ਸੀਰੀਅਸ ਕ੍ਰਿਮੀਨੈਲਿਟੀ ਦੇ ਉੱਤੇ ਗੱਲ ਕਰਦਾ ਹੈ। ਸੋ ਉਹ ਕਹਿੰਦਾ ਜਿਹੜੀ ਵੀ ਕਿਸੇ 10 ਸਾਲ ਦੀ ਸਜ਼ਾ ਜਿਹਦੇ ਕਰਕੇ ਹੋ ਸਕਦੀ ਹੋਵੇ, ਜਿਵੇਂ ਹੁਣ ਇਹ 'ਚ ਹੋ ਲੱਗੀ ਹੈ, ਤਾਂ ਉਹਨੂੰ ਸੀਰੀਅਸ ਕ੍ਰਿਮੀਨੈਲਿਟੀ ਹੈ ਜਿਹੜਾ ਉਹ ਮੰਨਿਆ ਜਾਵੇ। ਤੇ ਉਹ ਤੋਂ ਬਾਅਦ ਜਿਹੜਾ ਜਦੋਂ ਤੁਹਾਨੂੰ ਸੀਰੀਅਸ ਕ੍ਰਿਮੀਨੈਲਿਟੀ 'ਚ ਤੁਹਾਨੂੰ ਚਾਰਜ ਕੀਤਾ ਜਾਂਦਾ ਹੈ ਤਾਂ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਕੈਨੇਡਾ ਨੂੰ, ਮਤਲਬ ਨਾ ਦਾਖਲਾ ਯੋਗ ਹੋ ਜਾਂਦੇ ਹੈਗੇ ਹੋ। ਸੋ ਜਦੋਂ ਕੋਈ ਬੰਦਾ ਨਾ ਦਾਖਲਾ ਯੋਗ ਹੋ ਜਾਂਦਾ ਹੈ, ਉੱਥੇ ਇੱਕ ਕਾਨੂੰਨ 'ਚ 2 ਵਰਡ ਹੈਗੇ ਨੇ, ਇੱਕ ਨੂੰ ਸਮਰੀ ਕਨਵਿਕਸ਼ਨ ਆਖਿਆ ਜਾਂਦਾ, ਇੱਕ ਨੂੰ ਕਨਵਿਕਸ਼ਨ ਬਾਏ ਇੰਡਾਈਟਮੈਂਟ ਆਖਿਆ ਜਾਂਦਾ। ਇੰਡਾਈਟਮੈਂਟ ਮਤਲਬ ਹੈਗਾ ਕਿ ਇੰਨੀ ਵੱਧ ਤੋਂ ਵੱਧ ਸਜ਼ਾ ਤੈਨੂੰ ਦਿੱਤੀ ਜਾਵੇ। ਪਰ ਇਮੀਗ੍ਰੇਸ਼ਨ ਕਾਨੂੰਨ ਕਹਿੰਦਾ ਕਿ ਜੇ ਕੋਈ ਵੀ ਸਜ਼ਾ ਹੋਗੀ ਉਹਨੂੰ ਇੰਡਾਈਟਮੈਂਟ ਹੀ ਮੰਨਣਾ, ਮਤਲਬ ਇਹਨੂੰ ਮੈਕਸਿਮਮ ਸਜ਼ਾ ਦੇ ਬਰਾਬਰ ਹੀ ਮੰਨਣਾ ਹੈਗਾ। ਸੋ ਜੇ ਤੁਹਾਨੂੰ $1 ਫਾਈਨ ਵੀ ਹੋ ਗਿਆ ਤਾਂ ਵੀ ਤੁਹਾਨੂੰ ਮੈਕਸਿਮਮ ਸਜ਼ਾ ਦੇ ਬਰਾਬਰ ਹੀ ਮੰਨਿਆ ਜਾਊਗਾ। ਸੋ ਇਹ ਇੱਕ ਸੀਰੀਅਸ ਕੌਨਸੀਕੁਐਂਸ ਸੀਗਾ ਤਬਦੀਲੀ ਆਉਣ ਤੋਂ ਬਾਅਦ। ਤੇ ਬਹੁਤ ਸਾਰੇ ਲੋਕ ਤਰਨ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸੀ, ਕਿਉਂਕਿ ਉਹ ਪਹਿਲਾਂ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਕੋਈ ਫੜਿਆ ਜਾਂਦਾ ਸੀ ਤਾਂ ਉਹਨੂੰ ਦੇਸ਼ ਨਿਕਾਲਾ ਨਹੀਂ ਹੁੰਦਾ ਸੀ, ਰਿਮੂਵਲ ਆਰਡਰ ਨਹੀਂ ਹੁੰਦਾ ਸੀ, ਤਾਂ ਲੋਕਾਂ ਨੂੰ ਉਹਦੀ ਸੀਰੀਅਸਨੈਸ ਦਾ ਨਹੀਂ ਪਤਾ ਲੱਗਿਆ। ਪਰ ਜਦੋਂ ਸਾਲ 2018 ਤੋਂ ਬਾਅਦ ਜਿਹੜੇ ਲੋਕ ਚਾਰਜ ਹੋਏ, ਉਹਨਾਂ ਦੇ ਮੁਕੱਦਮੇ ਕਾਫੀ ਸਮਾਂ ਚੱਲਦੇ ਰਹੇ, ਉਹਨਾਂ ਤੇ ਹੁਣ ਇਹ ਅਸਰ ਆਉਣੇ ਸ਼ੁਰੂ ਹੋਏ ਨੇ ਜਿੱਥੇ ਉਹਨਾਂ ਨੂੰ ਸਜ਼ਾਵਾਂ ਹੋਈਆਂ। ਸੋ ਜੇ ਉਹਨੂੰ ਸਜ਼ਾ ਹੋ ਜਾਂਦੀ ਹੈ, ਚਾਹੇ $1 ਫਾਈਨ ਵੀ ਹੋ ਗਿਆ, ਉਹ ਤੋਂ ਬਾਅਦ ਉਹਦੇ ਉੱਤੇ ਰਿਮੂਵਲ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਹੋਣਾ ਹੀ ਹੋਣਾ ਜੀ ਪਰਮਾਨੈਂਟ ਰੈਜ਼ੀਡੈਂਟ ਦੇ ਉੱਤੇ। ਸੋ ਉਹ ਤੋਂ ਬਾਅਦ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਜਾਂ ਜੱਜਸ ਨੇ, ਉਹਨਾਂ ਨੂੰ ਵੀ ਅਨਰੈਪ੍ਰੈਜ਼ੈਂਟਡ ਜਿਹੜੇ ਕਲਾਇੰਟ ਹੁੰਦੇ ਨੇ ਉਹਨਾਂ ਦੇ ਉੱਤੇ ਟ੍ਰੇਨਿੰਗ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਨੂੰ ਉਹਦੀ ਕੌਨਸੀਕੁਐਂਸਿਸ, ਕੋਈ ਵੀ ਗਿਲਟੀ ਪਲੀ ਕਰਨ ਤੋਂ ਪਹਿਲਾਂ ਉਹਨੂੰ ਇਹ ਕੌਨਸੀਕੁਐਂਸ ਸਮਝ ਆਉਣ ਕਿ ਜੇ ਉਹਨੇ ਜੁਰਮ ਕੀਤਾ ਤਾਂ ਉਹਨੂੰ ਦੇਸ਼ 'ਚੋਂ ਵੀ ਕੱਢਿਆ ਜਾ ਸਕਦਾ ਹੈਗਾ। ਜਿੱਥੇ ਤਾਂ ਵਕੀਲ ਹੁੰਦਾ ਉੱਥੇ ਦਾ ਪਬਲਿਕ ਪ੍ਰੋਸੀਕਿਊਟਰ ਹੈ ਜਿਹੜਾ ਉਹ ਨਹੀਂ ਇੰਟਰਸਟ ਫੀਲ ਕਰਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਜੀ, ਕਿਉਂਕਿ ਉਹਨੂੰ ਉਹਦਾ ਬੈਸਟ ਇੰਟਰਸਟ ਕੰਮ ਕਰੇ।
ਪਰ ਜੇ ਕੋਈ ਅਨਰੈਪਰੈਜ਼ੈਂਟਡ ਕਲਾਇੰਟ ਹੈ ਤੇ ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਉਹਦੇ ਤੇ ਜੁਰਮ ਹੈਗਾ ਜਾਂ ਮੈਰਵਾਨਾ ਦਾ ਸੇਵਨ ਕਰਕੇ ਉਹ ਤੋਂ ਬਾਅਦ ਗੱਡੀ ਚਲਾਉਣ ਦਾ ਜੁਰਮ ਹੈਗਾ, ਉਹ ਕੇਸਿਸ ਦੇ ਵਿੱਚੋਂ ਪਬਲਿਕ ਪ੍ਰੋਸੀਕਿਊਟਰ ਨੂੰ ਇਹ ਗੱਲ ਆਖਦੇ ਨੇ ਵੀ ਜੇ ਤੈਨੂੰ ਇਹ ਸਜ਼ਾ ਹੋਗੀ, ਤੂੰ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਤੂੰ ਟੈਂਪਰੇਰੀ ਰੈਜ਼ੀਡੈਂਟ ਹੈਗਾ, ਤੈਨੂੰ ਦੇਸ਼ ਚੋਂ ਜਿਹੜਾ ਕੱਢਿਆ ਜਾ ਸਕਦਾ, ਤੋਂ ਪਹਿਲਾਂ ਇਹ ਤੂੰ ਭਾਈ ਵਿਚਾਰ ਕਰ ਇਹਦੇ ਉੱਤੇ ਵੀ ਤੂੰ ਇਹ ਮਾਮਲੇ ਨੂੰ ਜਾਣਾ ਹੈ ਕਿ ਨਹੀਂ ਜਾਣਾ। ਸੋ ਉਸ ਸਮੇਂ ਜਿਹੜਾ ਇੱਕ ਇਮੀਗ੍ਰੇਸ਼ਨ ਐਕਸਪਰਟ ਹੈ ਜਿਹੜਾ ਉਹ ਤੁਹਾਡੇ ਕੰਮ ਆਉਂਦਾ ਹੈਗਾ। ਸੋ ਮੈਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੰਟੈਕਟ ਕਰਦੇ ਹੈਗੇ ਜੀ ਕਿ ਐਕਸਪਰਟ ਓਪੀਨੀਅਨ ਹੈਗਾ ਉਹ ਲਿਖ ਕੇ ਦੇਣਾ ਕੋਰਟ ਦੇ ਵਿੱਚੋਂ। ਸੋ ਐਕਸਪਰਟ ਓਪੀਨੀਅਨ ਪਹਿਲਾਂ ਕੀ ਹੈ ਜੀ ਮੈਂ ਦੱਸਦਾ, ਉਹ ਇਹ ਹੈਗਾ ਕਿ ਜਿਹੜਾ ਸਬਜੈਕਟ ਮੈਟਰ ਸਪੈਸ਼ਲਿਸਟ ਹੈ, ਜਿਵੇਂ ਮੈਂ ਇਮੀਗ੍ਰੇਸ਼ਨ ਸਪੈਸ਼ਲਿਸਟ ਹੈਗਾ, ਤਾਂ ਉਹਦੇ 'ਚ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਣਾ ਹੈ ਕਿ ਮੈਂ ਕੌਣ ਹਾਂ। ਸੋ ਮੈਂ ਗੁਰਪ੍ਰੀਤ ਖਹਿਰਾ, ਮੈਨੂੰ ਇੰਨੇ ਸਾਲ ਪ੍ਰੈਕਟਿਸ ਕਰਦੇ ਨੂੰ ਹੋ ਗਏ, ਮੈਂ ਇਹਨੂੰ ਫਲਾਣਾ ਕਾਨੂੰਨ ਅਲਾਓ ਕਰਦਾ ਪ੍ਰੈਕਟਿਸ ਕਰਨ ਨੂੰ, ਆਪਣੀ ਸਾਰੀ ਗੱਲ ਲਿਖ ਕੇ ਉਹ ਤੋਂ ਬਾਅਦ ਤੁਸੀਂ ਦੱਸਣਾ ਕਿ ਜਿਹੜਾ ਬੰਦਾ ਹੈਗਾ ਜੇ ਇਹਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹ ਫਲਾਣੇ ਕਾਨੂੰਨ ਦੇ ਤਹਿਤ ਹੋਊਗੀ, ਉਹ ਤੋਂ ਬਾਅਦ ਜੇ ਉਹ ਫਲਾਣਾ ਕਾਨੂੰਨ ਹੈ ਉਹ ਉਹਦੀਆਂ ਕੌਨਸੀਕੁਐਂਸਿਸ ਨੇ, ਮਤਲਬ ਇਹਨੂੰ ਦੇਸ਼ ਚੋਂ ਕੱਢਿਆ ਵੀ ਜਾ ਸਕਦਾ। ਫਿਰ ਉਹ ਚਿੱਠੀ ਹੈ ਜਿਹੜੀ ਉਹ ਜੇ ਪਬਲਿਕ ਪ੍ਰੋਸੀਕਿਊਟਰ ਨੂੰ ਦਿਖਾਉਂਦੇ ਆ ਜਾਂ ਤੁਹਾਡਾ ਲੋਅਰ ਉਹ ਪਬਲਿਕ ਪ੍ਰੋਸੀਕਿਊਟਰ ਨੂੰ ਦਿਖਾਉਂਦਾ ਹੈ, ਤਾਂ ਫਿਰ ਉਸ ਹਿਸਾਬ ਨਾਲ ਤੁਹਾਡੇ ਤੇ ਸਜ਼ਾ ਦਾ ਪ੍ਰੋਵੀਜ਼ਨ ਕੀਤਾ ਜਾਂਦਾ ਹੈ, ਖਾਸ ਕਰਕੇ ਅਨਰੈਪਰੈਜ਼ੈਂਟਡ ਕਲਾਇੰਟ ਦੇ ਵਿੱਚੋਂ, ਜਿੱਥੇ ਇਹ ਬੰਦਾ ਕਹਿੰਦਾ ਕਿ ਮੈਂ ਕੀ ਲਿਆ, ਮੈਂ ਗਿਲਟੀ ਪਲੀ ਕਰਦਾ, ਪਰ ਉਹ ਜਦੋਂ ਹੀ ਤੁਸੀਂ ਗਿਲਟੀ ਪਲੀ ਕਰ ਲਿਆ ਤਾਂ ਇਹਦਾ ਮਤਲਬ ਤੁਸੀਂ ਸਜ਼ਾ ਜ਼ਾਫਤਾ ਹੋ ਗਏ, ਤੁਹਾਨੂੰ ਚਾਹੇ $1 ਦਾ ਵੀ ਫਾਈਨ ਹੋਇਆ ਤਾਂ ਕੌਨਸੀਕੁਐਂਸਿਸ ਉੱਥੋਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਨੇ ਜਿਹੜੇ, ਉਹਨਾਂ ਦੇ ਉੱਤੇ ਇੱਕ ਗੁੱਡ ਕੰਡਕਟ ਰੱਖਣ ਦਾ ਆਬਲੀਗੇਸ਼ਨ ਹੈ। ਪਰਮਾਨੈਂਟ ਰੈਜ਼ੀਡੈਂਟ ਕੋਈ ਵੀ ਬੰਦਾ ਕੈਨੇਡਾ ਦਾ ਸ਼ਹਿਰੀ ਹੈਗਾ, ਪਰ ਉਹ ਇੱਥੇ ਦਾ ਜਿਹੜਾ ਸਿਟੀਜ਼ਨ ਨਹੀਂ ਹੈਗਾ। ਸੋ ਉਹਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਆਬਲੀਗੇਸ਼ਨ ਹੈ ਉਹ ਹੈ ਕਿ ਉਹਨੇ ਕੈਨੇਡਾ ਦੇ ਵਿੱਚੋਂ 50 ਸਾਲਾਂ ਤੋਂ 730 ਦਿਨ ਰਹਿਣਾ, ਤੇ ਦੂਜਾ ਉਹਦਾ ਜਿਹੜਾ ਆਬਲੀਗੇਸ਼ਨ ਹੈ ਉਹ ਹੈਗਾ ਕਿ ਤੁਸੀਂ ਗੁੱਡ ਕੰਡਕਟ ਰੱਖਣਾ, ਮਤਲਬ ਤੁਸੀਂ ਚੰਗੇ ਸ਼ਹਿਰੀ ਬਣ ਕੇ ਰਹਿਣਾ ਹੈਗਾ। ਸੋ ਜਦੋਂ ਹੀ ਤੁਹਾਨੂੰ ਸਜ਼ਾ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਤੁਸੀਂ ਚੰਗੇ ਸ਼ਹਿਰੀ ਨਹੀਂ ਹੈਗੇ ਹੋ। ਜੇ ਤੁਸੀਂ ਚੰਗੇ ਸ਼ਹਿਰੀ ਨਹੀਂ ਤਾਂ ਤੁਸੀਂ ਜਿਹੜੀ ਆਪਣੀ ਆਬਲੀਗੇਸ਼ਨ ਹੈ ਉਹਨੂੰ ਬ੍ਰੀਚ ਕੀਤਾ ਹੈਗਾ, ਉਹ ਆਬਲੀਗੇਸ਼ਨ ਨੂੰ ਮੰਨਿਆ ਨਹੀਂ, ਉਹਨੂੰ ਤੋੜਤਾ। ਹੁਣ ਜਦੋਂ ਕੋਈ ਪਰਮਾਨੈਂਟ ਰੈਜ਼ੀਡੈਂਟ ਹੁੰਦਾ ਉਹਨੂੰ ਸਜ਼ਾ ਹੋ ਗਈ, ਮਤਲਬ ਉਹਨੂੰ ਪ੍ਰੋਬੇਸ਼ਨ ਹੋ ਗਈ, ਮੰਨ ਲਿਆ ਜਾਵੇ ਉਹਨੇ ਸ਼ਰਾਬ ਪੀ ਕੇ ਗੱਡੀ ਚਲਾਈ ਤੇ ਉਹਨੂੰ ਪ੍ਰੋਬੇਸ਼ਨ ਹੋ ਗਈ, ਸੋ ਜਿਸ ਦਿਨ ਉਹਦੀ ਪ੍ਰੋਬੇਸ਼ਨ ਖਤਮ ਹੋਊਗੀ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲੇ ਚਲਿਆ ਜਾਣਾ। ਹੁਣ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਉਹ ਬਾਡੀ ਹੈਗੀ ਹੈ ਜਿਹਦੀ ਜ਼ਿੰਮੇਵਾਰੀ ਹੈ ਕਿ ਕੈਨੇਡਾ 'ਚੋਂ ਜਿਹੜੇ ਲੋਕ ਇਨਐਡਮਿਸਿਬਲ ਨੇ, ਨਾ ਦਾਖਲਾ ਯੋਗ ਨੇ, ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਉਸ ਮੌਕੇ ਤੁਹਾਨੂੰ ਇੱਕ ਚਿੱਠੀ ਪਾਈ ਜਾਂਦੀ ਹੈ, ਜਿਹੜੀ ਚਿੱਠੀ ਹੁੰਦੀ ਹੈ ਪ੍ਰੋਸੀਜਰਲ ਫੇਅਰਨੈਸ ਲੈਟਰ। ਪ੍ਰੋਸੀਜਰਲ ਫੇਅਰਨੈਸ ਲੈਟਰ ਦਾ ਮਤਲਬ ਹੈ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਦੋਵਾਂ ਧਿਰਾਂ ਨੂੰ ਬਰਾਬਰ ਦਾ ਮੌਕਾ ਮਿਲਿਆ, CBSA ਨੂੰ ਤੇ ਜਿਹੜੇ ਬੰਦੇ ਦੇ ਖਿਲਾਫ ਰਿਪੋਰਟ ਲਿਖਣੀ ਹੈ ਉਹਨੂੰ ਬਰਾਬਰ ਦਾ ਮੌਕਾ ਮਿਲਿਆ ਆਪਣਾ ਪੱਖ ਦੇਣ ਦਾ। ਸੋ ਤੁਹਾਨੂੰ ਪੂਰਾ ਮੌਕਾ ਦਿੰਦੇ ਨੇ ਕਿ ਤੁਸੀਂ ਆਪਣੀਆਂ ਕੌਨਸੀਕੁਐਂਸਿਸ ਦੱਸੋ। ਸਭ ਤੋਂ ਪਹਿਲਾਂ ਦੱਸੋ ਡਿਸਪੋਜੀਸ਼ਨ ਆਫ ਦ ਮੈਟਰ ਹੈ, ਕੀ ਹੋਇਆ ਸੀ। ਫਿਰ ਤੁਸੀਂ ਆਪਣੇ ਵਰਡਸ ਦੇ ਵਿੱਚ ਉਹ ਸਰਕਮਸਟੈਂਸਸ ਦੱਸੋ ਕੀ ਹੋਇਆ ਸੀ। ਤੁਹਾਨੂੰ ਰਿਮੋਰਸ ਹੈਗਾ, ਤੁਹਾਨੂੰ ਪਛਤਾਵਾ ਹੈ ਕਿ ਨਹੀਂ ਹੈਗਾ ਜੋ ਤੁਸੀਂ ਕੀਤਾ। ਉਸ ਤੋਂ ਬਾਅਦ ਦੇਖਣਾ ਚਾਹੁੰਦੇ ਨੇ ਤੁਹਾਡਾ ਫੈਮਿਲੀ ਕੈਨੇਡਾ ਦੇ ਵਿੱਚ ਕਿੰਨੀ ਹੈਗੀ ਹੈ, ਤੁਹਾਨੂੰ ਕੀ ਹਾਰਡਸ਼ਿਪ ਹੋ ਸਕਦੀ ਹੈ ਜੇ ਤੁਹਾਨੂੰ ਇੱਥੋਂ ਰਿਮੂਵ ਕੀਤਾ ਜਾਵੇ, ਤੁਹਾਡੀ ਫੈਮਿਲੀ ਨੂੰ ਕੀ ਹਾਰਡਸ਼ਿਪ ਹੋ ਸਕਦੀ ਹੈ ਜੇ ਤੁਹਾਨੂੰ ਰਿਮੂਵ ਕੀਤਾ ਜਾਵੇ। ਸੋ ਤਰਨੇ ਬੈਸਟ ਮੌਕਾ ਹੈਗਾ ਜਦੋਂ ਤੁਸੀਂ ਆਪਣੇ ਸਾਰੇ ਪੱਖ ਹੈ ਜਿਹੜੇ ਉਹ ਪੇਸ਼ ਕਰ ਸਕਦੇ ਹੋ। ਤੇ ਪੱਖ ਪੇਸ਼ ਕਰਨ ਤੋਂ ਬਾਅਦ ਫਿਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਜਿਹੜਾ ਆਫਿਸਰ ਹੈ ਉਹ ਡਿਸਾਈਡ ਕਰਦਾ ਹੈ ਕਿ ਤੁਹਾਡੇ ਖਿਲਾਫ ਰਿਪੋਰਟ ਲਿਖੀ ਜਾਵੇ, ਮਤਲਬ ਪਰਚਾ ਦਰਜ ਕੀਤਾ ਜਾਵੇ, ਜਾਂ ਤੁਹਾਨੂੰ ਇੱਕ ਸਟਰਨ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇ। ਸੋ ਜੇ ਤਾਂ ਸੀਰੀਅਸਨੈਸ ਆਫ ਦ ਆਫੈਂਸ ਐਡਾ ਵੱਡਾ ਨਹੀਂ ਹੈਗਾ ਤੇ ਬੰਦੇ ਨੂੰ ਰਿਮੋਰਸ ਵੀ ਹੈਗਾ, ਉਹਦਾ ਇੱਥੇ ਪਰਿਵਾਰ ਵੀ ਹੈਗਾ, ਉਹ ਕੰਮਕਾਰ ਵੀ ਕਰਦਾ ਹੈ, ਫਿਰ ਤਾਂ ਕਈ ਵਾਰੀ ਉਹ ਜੇ ਪਹਿਲਾ ਜੁਰਮ ਹੈ ਤਾਂ ਉਹ ਸਟਰਨ ਵਾਰਨਿੰਗ ਦੇ ਕੇ ਕਹਿ ਦੇਣਗੇ ਜੇ ਤੂੰ ਦੁਬਾਰਾ ਜੁਰਮ ਕਰਿਆ ਤਾਂ ਤੈਨੂੰ ਰਿਮੂਵ ਕੀਤਾ ਜਾਊਗਾ। ਪਰ ਜੇ ਤੁਹਾਡੀ ਹਿਸਟਰੀ ਬਹੁਤ ਲੰਬੀ ਹੈ, ਪਹਿਲਾਂ ਵੀ ਤੁਸੀਂ ਹੋਰ ਮਾਮਲਿਆਂ 'ਚ ਰਹੇ ਹੋ ਜਿੱਥੇ ਤੁਹਾਨੂੰ ਇਹੋ ਜਿਹੀਆਂ ਸਜ਼ਾਵਾਂ ਨਹੀਂ ਹੋਈਆਂ, ਜਿੱਥੇ ਤੁਸੀਂ ਇਨਐਡਮਿਸਿਬਲ ਹੋ ਜਾਓ, ਪਰ ਹੁਣ ਤੁਸੀਂ ਹੋ ਗਏ ਹੋ, ਉਹ ਮਾਮਲਿਆਂ ਦੇ ਵਿੱਚੋਂ ਤੁਹਾਡੇ ਖਿਲਾਫ ਹੈ ਜਿਹੜੀ ਉਹ ਰਿਪੋਰਟ ਹੈ ਲਿਖੀ ਜਾਂਦੀ ਹੈ। ਹੁਣ ਰਿਪੋਰਟ ਲਿਖਣ ਦੇ ਮੌਕੇ ਹੈ ਉਹ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਾਂਦੀ ਹੈ। ਜਿਹੜਾ ਕੋਰਟ ਹੈ ਉਹਨੂੰ ਇਮੀਗ੍ਰੇਸ਼ਨ ਡਿਵੀਜ਼ਨ ਆਖਿਆ ਜਾਂਦਾ ਹੈ। ਇਮੀਗ੍ਰੇਸ਼ਨ ਡਿਵੀਜ਼ਨ ਜਿਹੜਾ ਕੋਰਟ ਹੈ ਉਹਦੀ ਜੁਰਿਸਡਿਕਸ਼ਨ ਬਹੁਤ ਨੈਰੋ ਹੈ। ਉਹਦਾ ਕਹਿਣ ਦਾ ਮਤਲਬ ਹੈ ਕਿ ਉਹ ਸਿਰਫ ਇਹ ਵਿਚਾਰ ਕਰ ਸਕਦਾ ਹੈ ਜੱਜ ਕਿ ਇਹ ਰਿਪੋਰਟ ਸਹੀ ਹੈ ਜਾਂ ਇਹ ਰਿਪੋਰਟ ਗਲਤ ਹੈ, ਬਸ ਉਹ ਨਹੀਂ ਦੇਖ ਸਕਦਾ ਕਿ ਹੋਰ ਕੀ ਫੈਕਟਰ ਨੇ ਉਹਦੇ ਵਿੱਚ। ਆਫ ਕੋਰਸ ਰਿਪੋਰਟ ਸਹੀ ਹੀ ਹੁੰਦੀ ਹੈ ਕਿਉਂਕਿ ਜੇ ਤੁਸੀਂ ਕ੍ਰਾਈਮ ਕੀਤਾ, ਤੁਹਾਨੂੰ ਸਜ਼ਾ ਹੋਈ ਹੈ ਤੇ ਆਫਿਸਰ ਨੇ ਰਿਪੋਰਟ ਲਿਖੀ ਹੈ ਤਾਂ ਰਿਪੋਰਟ ਸਹੀ ਹੈ, ਜੇ ਅਦਰਵਾਈਜ਼ ਜੱਜ ਨੇ ਤੁਹਾਨੂੰ ਮਾਫ ਕਰ ਦੇਣਾ ਸੀਗਾ। ਸੋ ਉਸ ਜਿਹੜਾ ਰਿਪੋਰਟ ਦਾਖਲ ਹੁੰਦਾ ਹੈ, ਉਹ ਰਿਪੋਰਟ ਦਾਖਲ ਹੋਣ ਤੋਂ ਬਾਅਦ ਜਿਹੜਾ ਜੱਜ ਹੈ ਉਹ ਫੈਸਲਾ ਕਰਦਾ ਹੈ ਕਿ ਇਸ ਦੇ ਖਿਲਾਫ ਰਿਮੂਵਲ ਆਰਡਰ ਹੈ ਉਹ ਇਸ਼ੂ ਕੀਤਾ ਜਾਵੇ।
ਹੁਣ ਜੇ ਤਾਂ ਤੁਹਾਨੂੰ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋਈ ਹੈ, ਹੁਣ ਜੇਲ੍ਹ ਟਾਈਮ ਹੈ, ਇੱਥੇ ਪ੍ਰੋਬੇਸ਼ਨ ਨਹੀਂ, ਜੇਲ੍ਹ ਟਾਈਮ। ਜੇ ਤੁਹਾਨੂੰ 6 ਮਹੀਨੇ ਤੋਂ ਵੱਧ ਦਾ ਜੇਲ੍ਹ ਟਾਈਮ ਹੋਇਆ ਫਿਰ ਤੁਹਾਨੂੰ ਰਾਈਟ ਆਫ ਅਪੀਲ ਨਹੀਂ ਹੈਗਾ। ਜੇ ਤੁਹਾਨੂੰ ਸਜ਼ਾ 6 ਮਹੀਨੇ ਤੋਂ ਘੱਟ ਹੋਈ ਹੈ, ਚਾਹੇ 2 ਸਾਲ ਦੀ ਪ੍ਰੋਬੇਸ਼ਨ ਹੋਈ ਹੈ, ਫਾਈਨ ਹੋਇਆ, ਫਿਰ ਤੁਹਾਡੇ ਕੋਲ ਰਾਈਟ ਆਫ ਅਪੀਲ ਹੈ। ਤੁਸੀਂ ਉਸ ਫੈਸਲੇ ਨੂੰ ਉਸੇ ਦਿਨ ਉਸੇ ਕੋਰਟ 'ਚ ਸਟੇ ਕਰ ਸਕਦੇ ਹੋ। ਸੋ ਤੁਸੀਂ ਅਪੀਲ ਦਾਖਲ ਕਰਤੀ, ਉਸੇ ਜੱਜ ਨੇ ਉਹ ਮਾਮਲੇ ਨੂੰ ਸਟੇ ਕਰ ਦਿੰਦਾ। ਤੁਸੀਂ ਸਟਿਲ ਪਰਮਨੈਂਟ ਰੈਜ਼ੀਡੈਂਟ ਆਫ ਕੈਨੇਡਾ ਰਹਿੰਦੇ ਹੋ, ਪਰ ਜਿਹੜਾ ਤੁਹਾਡਾ ਮਾਮਲਾ ਹੈ ਉਹ ਅਪੀਲ ਡਿਵੀਜ਼ਨ 'ਚ ਚਲਾ ਜਾਂਦਾ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ। ਹੁਣ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦਾ ਜਿਹੜਾ ਜੱਜ ਹੈ ਉਹਦੇ ਕੋਲੇ ਬਹੁਤ ਡਿਸਕ੍ਰਿਸ਼ਨ ਹੈਗਾ, ਉਹਦਾ ਜੁਰਿਸਡਿਕਸ਼ਨ ਬਹੁਤ ਵੱਡਾ ਹੈ। ਸੋ ਇਕੱਲਾ ਉਹਨੇ ਇਹ ਨਹੀਂ ਦੇਖਣਾ ਕਿ ਰਿਪੋਰਟ ਸਹੀ ਹੈ ਜਾਂ ਗਲਤ ਹੈ, ਉਹਨੇ ਇਹ ਵੀ ਨਾਲ ਦੇਖਣਾ ਹੈ ਕਿ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨਸ ਹੈਗੀਆਂ ਨੇ, ਤਾਂ ਫਿਰ ਇਹ ਤੋਂ ਬਾਅਦ 2 ਤਰੀਕਿਆਂ ਨਾਲ ਉਹ ਮਾਮਲੇ ਦਾ ਹੱਲ ਹੋ ਸਕਦਾ ਹੈ। ਪਹਿਲਾ ਤਰੀਕਾ ਤਾਂ ਹੈਗਾ ਕਿ ਜੱਜ ਤੁਹਾਨੂੰ ਆਊਟਰਾਈਟ ਮਾਫੀ ਦੇ ਦੇ, ਤੁਹਾਡੀ ਅਪੀਲ ਨੂੰ ਅਲਾਓ ਕਰ ਦੇ। ਦੂਜਾ ਤਰੀਕਾ ਹੈਗਾ ਕਿ ਜੱਜ ਤੁਹਾਡੇ ਤੇ ਸਟੇ ਦੀਆਂ ਕੰਡੀਸ਼ਨਸ ਲਾਵੇ। ਉਹ ਕੰਡੀਸ਼ਨਸ ਇਹ ਹੈਗੀਆਂ ਨੇ ਕਿ ਤੁਸੀਂ ਸ਼ਰਾਬ ਤੋਂ ਹਟਣ ਦੇ ਕਿਸੇ ਪ੍ਰੋਗਰਾਮ ਨੂੰ ਅਟੈਂਡ ਕਰੋ, ਤੁਸੀਂ ਸ਼ਰਾਬ ਨਾ ਪੀਓ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਤੁਸੀਂ ਨੌਕਰੀ ਕਰਦੇ ਰਹੋ, ਹਰੇਕ 6 ਮਹੀਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਰਿਪੋਰਟ ਕਰੋ, ਜੇ ਕੋਈ ਹੋਰ ਅਬਿਊਜ਼ ਸੀਗਾ ਉਹਦੇ ਤੋਂ ਉਹਦੀ ਕਾਉਂਸਲਿੰਗ ਲਓ। ਸੋ ਇਹ ਕਾਫੀ ਕੰਡੀਸ਼ਨਸ ਨੇ ਤੁਹਾਡੇ ਤੇ ਲਾਈਆਂ ਜਾ ਸਕਦੀਆਂ ਨੇ, ਤੇ ਆਮ ਤੌਰ ਤੇ ਸਟੈਂਡਰਡ ਇਹ 2 ਸਾਲ ਦਾ ਵੀ ਹੋ ਸਕਦਾ ਹੈ, ਕਿ ਜੇ ਸੀਰੀਅਸਨੈਸ ਹੈਗੀ ਆ ਤਾਂ ਇਹ 3 ਸਾਲ ਵੀ ਹੋ ਸਕਦਾ ਹੈ। ਸੋ ਜੇ 3 ਸਾਲ ਤੁਸੀਂ ਉਹ ਕੰਡੀਸ਼ਨਸ ਮੀਟ ਕਰਦੇ ਹੋ, ਉਹ ਤੋਂ ਬਾਅਦ ਦੁਬਾਰੇ ਸੁਣਵਾਈ ਹੁੰਦੀ ਹੈ ਤੇ ਤੁਹਾਨੂੰ ਮਾਫੀ ਦੇ ਦਿੱਤੀ ਜਾਂਦੀ ਹੈ। ਉਹਦਾ ਇੱਕ ਹੋਰ ਵੀ ਕਾਰਨ ਹੈ ਕਿਉਂਕਿ ਉਦੋਂ ਤੱਕ 5 ਸਾਲ ਦਾ ਸਮਾਂ ਗੁਜ਼ਰ ਚੁੱਕਿਆ ਹੁੰਦਾ ਹੈ ਤੁਹਾਡੇ ਸਜ਼ਾ ਹੋਈ ਨੂੰ, ਤੇ ਆਪਾਂ ਨੂੰ ਪਤਾ 5 ਸਾਲ ਬਾਅਦ ਤੁਸੀਂ ਪਾਰਡਨ ਲਈ ਵੀ ਅਪਲਾਈ ਕਰ ਸਕਦੇ ਹੈਗੇ ਹੋ। ਸੋ ਜੇ ਪਾਰਡਨ ਹੀ ਹੋ ਗਿਆ ਤਾਂ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸਰ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਨੂੰ ਨਾਲ ਹੀ ਕਿਹਾ ਜਾਂਦਾ ਹੈ ਕਿ ਇੰਨੇ ਸਾਲ ਦੀ ਸਜ਼ਾ ਤੇ ਇਸ ਤੋਂ ਬਾਅਦ ਇਹਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਸੋ ਅਜਿਹੇ ਕੇਸਿਸ ਦੇ ਵਿੱਚ ਵੀ ਕੀ ਮੁੜ ਅਪੀਲ ਕੀਤੀ ਜਾ ਸਕਦੀ ਹੈ, ਜਾਂ ਇਹ ਦੇਖਿਆ ਜਾ ਸਕਦਾ ਹੈ ਕਿ ਉਹਦਾ ਕਿਵੇਂ ਦਾ ਕੰਡਕਟ ਰਿਹਾ, ਜਾਂ ਉਹਨੇ ਕੋਈ ਕਾਉਂਸਲਿੰਗ ਲਈ ਹੋਵੇ ਤਾਂ ਕਿ ਉਹਦੇ ਕਰੈਕਟਰ ਵਿੱਚ ਕੋਈ ਚੇਂਜਸ ਆਈਆਂ ਹੋਣ? ਜੇ ਤਾਂ ਤਰਨ ਨੂੰ 6 ਮਹੀਨੇ ਤੋਂ ਵੱਧ ਦੀ ਸਜ਼ਾ ਉਹਦੇ ਕੋਲ ਅਪੀਲ ਨਹੀਂ ਹੋਗੀ ਤੇ ਫਿਰ ਪਰ ਇਮੀਗ੍ਰੇਸ਼ਨ ਡਿਵੀਜ਼ਨ 'ਚ ਉਹਦਾ ਮਾਮਲਾ ਚੱਲੂਗਾ ਹੀ ਚੱਲੂਗਾ, ਕਿਉਂਕਿ ਉਹਨੂੰ ਸਜ਼ਾ ਹੋਗੀ। ਉਹ ਤੋਂ ਬਾਅਦ ਉਸ ਰਿਪੋਰਟ ਲਿਖੀ ਜਾਣੀ ਹੈ, ਫਿਰ ਜੱਜ ਨੇ ਆਰਡਰ ਇਸ਼ੂ ਕਰਨਾ ਰਿਮੂਵਲ ਦਾ, ਫਿਰ ਉਹਦਾ ਰਿਮੂਵਲ ਹੋਊਗਾ। ਪਰ ਉਹ ਰਿਮੂਵਲ ਤੋਂ ਬਾਅਦ ਉਹਦੇ ਕੋਲ ਅਪੀਲ ਦਾ ਰਾਈਟ ਨਹੀਂ, ਕਿਉਂਕਿ ਉਹਨੂੰ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋਈ ਹੈ। ਜੇ 6 ਮਹੀਨੇ ਤੋਂ 1 ਦਿਨ ਵੀ ਘੱਟ ਦੀ ਸਜ਼ਾ ਹੋਗੀ, ਸੋ 5 ਮੰਥਸ 29 ਡੇਜ਼ ਵੀ ਹੋਗੀ, ਤਾਂ ਵੀ ਤੁਹਾਡੇ ਕੋਲ ਰਾਈਟ ਆਫ ਅਪੀਲ ਹੈਗਾ 5 ਮਹੀਨੇ 29 ਦਿਨ। ਪਰ ਜੇ ਉਹ 6 ਮਹੀਨੇ ਹੋ ਗਏ ਫਿਰ ਤੁਹਾਡੇ ਕੋਲ ਰਾਈਟ ਆਫ ਅਪੀਲ ਨਹੀਂ ਹੈਗਾ। ਸੋ ਇਹ ਬਹੁਤ ਲੋਕਾਂ ਨੂੰ ਪਹਿਲਾਂ ਰਿਮੂਵ ਵੀ ਕੀਤਾ ਗਿਆ। ਇੱਕ ਖੋਸਾ ਵਰਸਸ ਮਿਨਿਸਟਰ ਕੇਸ ਦੇ ਵਿੱਚੋਂ ਸੁਪਰੀਮ ਕੋਰਟ ਨੇ ਗਾਈਡਲਾਈਨਸ ਲੈ ਕੀਤੀਆਂ ਨੇ। ਇਹ ਬਹੁਤ ਪੁਰਾਣਾ ਕੇਸ ਹੈਗਾ, ਸਾਲ 2001 ਸਾਲ 2002 ਦਾ, ਜਿੱਥੇ ਕਿ ਇੱਕ ਓਲਡ ਲੇਡੀ ਨੂੰ ਵੈਨਕੂਵਰ ਦੇ ਵਿੱਚੋਂ ਰੇਸਿੰਗ ਕਾਰ ਨੇ ਉਹ ਕਾਰ ਰੇਸ ਦੇ ਵਿੱਚ ਹਿੱਟ ਕਰਕੇ ਤੇ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਮਿਸਟਰ ਖੋਸਾ ਦੇ ਉੱਤੇ ਮੁਕੱਦਮਾ ਚੱਲਿਆ ਸੀ, ਤੇ ਉਦੋਂ ਇਹ ਪ੍ਰੋਵੀਜ਼ਨ ਨਹੀਂ ਸੀ ਕਿ ਜੇ ਤੁਹਾਨੂੰ 6 ਮਹੀਨੇ ਤੋਂ ਵੱਧ ਦੀ ਸਜ਼ਾ ਹੈ ਤੁਸੀਂ ਅਪੀਲ ਕਰ ਸਕਦੇ। ਹਾਂਜੀ, ਹੁਣ ਤਾਂ ਕਰ ਨਹੀਂ ਸਕਦੇ, ਉਦੋਂ ਇਹ ਪ੍ਰੋਵੀਜ਼ਨ ਨਹੀਂ ਸੀ। ਸੋ ਉਦੋਂ ਉਹਨੇ ਅਪੀਲ ਕੀਤਾ ਤੇ ਉਹ ਡਿਨਾਈ ਕੀਤਾ, ਉਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਚਲਿਆ ਗਿਆ ਸੀ, ਪਰ ਸੁਪਰੀਮ ਕੋਰਟ ਨੇ ਉਹਦੇ ਰਿਮੂਵਲ ਨੂੰ ਵਿਦਹੈਲਡ ਕੀਤਾ ਸੀ ਤੇ ਉਹਨੂੰ ਰਿਮੂਵ ਵੀ ਕੀਤਾ ਗਿਆ ਸੀ, ਪਰ ਉਹਦੇ ਗਾਈਡਲਾਈਨਸ ਲੈ ਕਰੀਆਂ ਸੀ। ਆਪਾਂ ਅੱਗੇ ਜਾ ਕੇ ਉਹਦੀ ਗੱਲ ਕਰਦੇ ਹੈਗੇ ਆ। ਉਹ ਤੋਂ ਬਾਅਦ ਸਾਲ 2008 ਦੇ ਵਿੱਚੋਂ ਜਦੋਂ ਕੰਜ਼ਰਵੇਟਿਵ ਪਾਵਰ ਦੇ ਵਿੱਚ ਆਉਂਦੇ ਨੇ, ਉਹ ਇੱਕ ਏਜੰਡਾ ਲੈ ਕੇ ਆਉਂਦੇ ਨੇ। ਉਹ ਏਜੰਡਾ ਸੀਗਾ ਟਫ ਔਨ ਕ੍ਰਾਈਮ, ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਇਹ ਸੀਗਾ, ਤੇ ਉਹਦੇ ਹਿਸਾਬ ਨਾਲ ਉਹਨਾਂ ਨੇ ਕਾਨੂੰਨਾਂ 'ਚ ਤਬਦੀਲੀ ਕੀਤੀ। ਇਹ ਵੀ ਇੱਕ ਇੰਪੋਰਟੈਂਟ ਤਬਦੀਲੀ ਸੀਗੀ ਕਿ ਜਿੱਥੇ ਤੁਸੀਂ ਕਿੰਨੇ ਵੀ ਕ੍ਰਾਈਮ ਕਰੀ ਜਾਂਦੇ ਸੀ, ਉਹ ਤੋਂ ਬਾਅਦ ਤੁਹਾਡੇ ਕੋਲ ਰਾਈਟ ਆਫ ਅਪੀਲ ਸੀ, ਤੁਸੀਂ ਉਹਨੂੰ ਮੋੜ ਕੇ ਫਿਰ ਕੋਰਟ 'ਚ ਚਲੇ ਜਾਂਦੇ ਸੀ, ਮੋੜ ਕੇ ਫਿਰ ਕੋਰਟ ਚਲੇ ਜਾਂਦੇ ਸੀ। ਪਰ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਕਿ ਜੇ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋਗੀ, ਤੁਹਾਡਾ ਅਪੀਲ ਦਾ ਰਾਈਟ ਹੀ ਖਤਮ ਕਰਤਾ, ਤੇ ਉਹ ਤੋਂ ਬਾਅਦ ਫਿਰ ਤੁਹਾਡਾ ਮਾਮਲਾ ਤੁਹਾਨੂੰ ਦੇਸ਼ ਨਿਕਾਲਾ ਹੋਣਾ ਹੀ ਹੋਣਾ ਹੈਗਾ। ਹੁਣ ਜਿਹੜੀਆਂ ਖੋਸਾ ਕੇਸ ਤੇ ਇੱਕ ਹੋਰ ਕੇਸ ਹੈਗਾ, ਉਹਨੂੰ ਰਿਬਿਕ ਕੇਸ ਕਿਹਾ ਜਾਂਦਾ ਹੈ। ਰਿਬਿਕ ਕੇਸ ਦੇ ਵਿੱਚੋਂ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨਸ ਲੈ ਕੀਤੀਆਂ ਕਿ ਜਦੋਂ ਵੀ ਕਿਸੇ ਰੀਹੈਬਿਲਿਟੇਸ਼ਨ ਦੇਖਣਾ ਹੈ ਕਿ ਬੰਦੇ ਦਾ ਸੁਧਾਰ ਹੋਇਆ ਕਿ ਨਹੀਂ ਹੋਇਆ, ਇਹ ਫੋਲੋਇੰਗ ਚੀਜ਼ਾਂ ਦੇਖੀਆਂ ਜਾਣ। ਸਭ ਤੋਂ ਪਹਿਲਾਂ ਤਾਂ ਉਹ ਹੈਗੀ ਹੈ ਸੀਰੀਅਸਨੈਸ ਆਫ ਦਾ ਆਫੈਂਸ। ਸੀਰੀਅਸਨੈਸ ਆਫੈਂਸ ਦਾ ਮਤਲਬ ਹੈ ਕਿ ਇਹ ਜੁਰਮ ਕਿੰਨਾ ਕੁ ਸੀਰੀਅਸ ਹੈਗਾ, ਇਹਦੀਆਂ ਕੌਨਸੀਕੁਐਂਸਸ ਕੀ ਹੈਗੀਆਂ ਨੇ। ਸੋ ਆਫ ਕੋਰਸ ਜੇ ਸੀਰੀਅਸ ਕ੍ਰਿਮੀਨੈਲਿਟੀ ਹੈ ਤਾਂ ਇਹਦੀਆਂ ਕੌਨਸੀਕੁਐਂਸਸ ਬੈਡ ਨੇ ਤੇ ਸੀਰੀਅਸ ਆਫੈਂਸ ਹੀ ਮੰਨਿਆ ਜਾਊਗਾ। ਦੂਜੀ ਬਹੁਤ ਇੰਪੋਰਟੈਂਟ ਜਿਹੜੀ ਗਾਈਡਲਾਈਨ ਹੈਗੀ ਹੈ, ਉਹ ਹੈਗੀ ਹੈ ਰਿਮੋਰਸ, ਕਿ ਬੰਦੇ ਨੂੰ ਪਛਤਾਵਾ ਹੈ ਕੀਤੇ ਦਾ ਜਾਂ ਨਹੀਂ ਹੈਗਾ। ਜੇ ਉਹਨੂੰ ਪਛਤਾਵਾ ਹੈਗਾ, ਉਹਨੇ ਉਹ ਪਛਤਾਵੇ ਨੂੰ ਸਹੀ ਕਰਨ ਨੂੰ ਕੀ ਐਫਰਟ ਕੀਤਾ ਹੈ। ਫਿਰ ਉਹ ਤੋਂ ਬਾਅਦ ਹੈਗਾ ਰੀਹੈਬਿਲਿਟੇਸ਼ਨ, ਉਹਦਾ ਮਤਲਬ ਹੈਗਾ ਕਿ ਉਹਦਾ ਸੁਧਾਰ ਹੋਇਆ ਜਾਂ ਨਹੀਂ ਹੋਇਆ।
ਹੁਣ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, ਉਹਨੇ ਕੀ ਅਲਕੋਹਲਿਕ ਅਨੋਨਿਮਸ ਦੇ ਕੋਰਸ ਅਟੈਂਡ ਕੀਤੇ, ਕੋਈ ਇਹ ਜਿਹੇ ਅਟੈਂਡ ਕੀਤਾ ਜਿੱਥੇ ਕਿ ਉਹ ਮੈਂਟਲ ਹੈਲਥ ਦੀਆਂ ਕੰਡੀਸ਼ਨਸ ਸੀ ਉਹਨੂੰ ਸਹੀ ਕਰੀਆਂ। ਸੋ ਉਹ ਤੋਂ ਇਲਾਵਾ ਬਹੁਤ ਸਾਰੇ ਐਫਰਟ ਨੇ ਜਿਹੜੇ ਤੁਸੀਂ ਕਰ ਸਕਦੇ ਹੋ। ਉਹ ਤੋਂ ਬਾਅਦ ਉਹਨੇ ਕਮਿਊਨਿਟੀ ਕਿਵੇਂ ਆਪਣੇ ਆਪ ਨੂੰ ਇੰਟੀਗ੍ਰੇਟ ਕੀਤਾ, ਉਹਨੇ ਕੋਈ ਵਾਲੰਟੀਅਰ ਕੀਤਾ ਜਿੱਥੇ ਦੂਜੇ ਲੋਕਾਂ ਨੂੰ ਆਪਣੇ ਐਕਸਪੀਰੀਐਂਸਸ ਦੱਸੇ ਤੇ ਉਹਨਾਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਐਫਰਟਸ ਨੇ ਤੁਹਾਡੇ ਰੀਹੈਬਿਲਿਟੇਟ ਕਰਨ ਦੇ। ਫਿਰ ਰੀਓਫੈਂਡ ਤਾਂ ਨਹੀਂ ਕੀਤਾ, ਉਸ ਜੁਰਮ 'ਚ ਨਹੀਂ, ਹੋਰ ਕਿਸੇ ਜੁਰਮ 'ਚ ਤਾਂ ਨਹੀਂ ਦੁਬਾਰੇ ਰੀਓਫੈਂਡ ਕੀਤਾ, ਦੁਬਾਰੇ ਤਾਂ ਨਹੀਂ ਤੁਸੀਂ ਫੜੇ ਗਏ ਕੁਛ ਗੈਰ ਕਾਨੂੰਨੀ ਕਰਦੇ। ਇਸ ਤੋਂ ਇਲਾਵਾ ਤੁਹਾਡਾ ਅਸਟੈਬਲਿਸ਼ਮੈਂਟ ਕੀ ਹੈਗਾ ਕੈਨੇਡਾ ਦੇ ਵਿੱਚ। ਅਸਟੈਬਲਿਸ਼ਮੈਂਟ ਦਾ ਮਤਲਬ ਹੈਗਾ ਤੁਸੀਂ ਇੱਥੇ ਤੁਹਾਡਾ ਘਰ ਹੈਗਾ, ਤੁਹਾਡਾ ਇੱਥੇ ਪਰਿਵਾਰ ਹੈਗਾ, ਤੁਸੀਂ ਕੋਈ ਨੌਕਰੀ ਕਰਦੇ ਹੋ, ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਜੇ ਬਿਜ਼ਨਸ ਕਰਦੇ ਹੋ ਕਿ ਹੋਰ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੰਦੇ ਹੋ। ਇਹ ਤੁਹਾਡੀ ਅਸਟੈਬਲਿਸ਼ਮੈਂਟ ਹੈਗੀ ਹੈ ਕੈਨੇਡਾ ਦੇ ਵਿੱਚੋਂ। ਫਿਰ ਤੁਹਾਨੂੰ ਕੀ ਹਾਰਡਸ਼ਿਪ ਹੋਊਗਾ ਜੇ ਤੁਹਾਨੂੰ ਰਿਮੂਵ ਕਰ ਦਿੱਤਾ ਜਾਵੇ, ਜੇ ਤੁਹਾਨੂੰ ਦੇਸ਼ ਚੋਂ ਕੱਢ ਦਿੱਤਾ ਜਾਵੇ ਤਾਂ ਕੀ ਤਕਲੀਫਾਂ ਤੁਹਾਨੂੰ ਆਉਣਗੀਆਂ। ਦੂਜੀ, ਤੁਹਾਡੇ ਪਰਿਵਾਰ ਨੂੰ ਕੀ ਤਕਲੀਫਾਂ ਆਉਣਗੀਆਂ ਜੇ ਤੁਹਾਨੂੰ ਇੱਥੇ ਕੱਢ ਦਿੱਤਾ ਜਾਵੇ। ਜੇ ਕੋਈ ਬੱਚੇ ਹੈਗੇ ਆ ਜਿਹੜੇ ਰਿਮੂਵਲ ਨਾਲ ਡਾਇਰੈਕਟਲੀ ਇਫੈਕਟ ਹੋਣਗੇ, ਤੁਹਾਨੂੰ ਇੱਥੇ ਭੇਜਣਾ, ਕੋਈ ਵੀ ਬੱਚੇ, ਚਾਹੇ ਤੁਹਾਡੇ ਆਪਦੇ ਬੱਚੇ ਆ, ਤੁਹਾਡੇ ਨੈਫੀ ਨੀਸਿਸ ਨੇ, ਤੁਹਾਡੇ ਸਟੂਡੈਂਟ ਨੇ, ਕੋਈ ਵੀ ਜਿਹੜਾ ਚਾਈਲਡ ਹੈ, ਜੇ ਤੁਸੀਂ ਕੈਨੇਡਾ 'ਚ ਨਹੀਂ ਹੋਵੋਗੇ ਤਾਂ ਉਹ ਡਾਇਰੈਕਟਲੀ ਇਫੈਕਟ ਹੋ ਰਿਹਾ, ਉਹਨੂੰ ਵੀ ਧਿਆਨ ਰੱਖਿਆ ਜਾਊਗਾ। ਫਿਰ ਇਸ ਤੋਂ ਬਾਅਦ ਜਿਹੜਾ ਉਹ ਮੁਲਕ ਹੈਗਾ ਉੱਥੇ ਕੀ ਕੰਡੀਸ਼ਨਸ ਪ੍ਰੀਵੇਲ ਕਰਦੀਆਂ ਨੇ, ਕੀ ਮੁਸ਼ਕਲਾਂ ਆਉਣਗੀਆਂ ਤੁਹਾਨੂੰ ਉਸ ਮੁਲਕ 'ਚ ਜਾ ਕੇ, ਕੀ ਈਜ਼ ਹੋਊਗੀ ਕਿ ਤੁਹਾਡਾ ਪਰਿਵਾਰ ਤੁਹਾਨੂੰ ਮਿਲ ਸਕੂਗਾ ਕਿ ਨਹੀਂ ਮਿਲ ਸਕੂਗਾ। ਤਾਂ ਇਹ ਗਾਈਡਲਾਈਨਸ ਹੈਗੀਆਂ ਨੇ ਜਿਹੜੀਆਂ ਦੇਖੀਆਂ ਜਾਣਗੀਆਂ ਜਦੋਂ ਤੁਹਾਡੇ ਫੈਸਲਾ ਕਰਨਾ। ਆਮ ਤੌਰ ਤੇ ਜੇ ਕਿਸੇ ਦਾ ਇੱਥੇ ਪਰਿਵਾਰ ਹੁੰਦਾ ਤਾਂ ਉਹਦਾ ਮੈਰਿਡ ਹੈ, ਉਹਦੇ ਬੱਚੇ ਹੈ, ਉਹਦਾ ਘਰ ਹੈਗਾ, ਉਹ ਕੰਮ ਕਰਦਾ, ਉਹ ਕੇਸਿਸ ਨੂੰ ਲੀਨੀਅੰਸ ਨਾਲ ਦੇਖਿਆ ਜਾਂਦਾ, ਉਹਨਾਂ ਤੇ ਜਿਹੜੀ ਚੰਗੀ ਨਜ਼ਰ ਦੇਖਿਆ ਜਾਂਦਾ। ਤੇ ਜੇ ਉਹਨੇ ਪਹਿਲਾਂ ਕੋਈ ਜੁਰਮ ਨਹੀਂ ਕੀਤੇ ਤਾਂ ਵੀ ਉਹਨੂੰ ਚੰਗੀ ਨਜ਼ਰ ਨਾਲ ਦੇਖਿਆ ਜਾਂਦਾ। ਆਮ ਤੌਰ ਤੇ ਉਹਨਾਂ ਤੇ ਸਟੇ ਕੰਡੀਸ਼ਨਸ ਲਾ ਕੇ ਉਹ ਮਾਮਲੇ ਨੂੰ ਦੇਖਿਆ ਜਾਂਦਾ ਕਿ ਬੰਦਾ ਸੁਧਾਰ ਹੋ ਰਿਹਾ ਜਾਂ ਨਹੀਂ ਹੋ ਰਿਹਾ। ਜੇ ਤੁਹਾਡੀ ਹਿਸਟਰੀ ਹੈਗੀ ਹੈ, ਤੋ ਤੁਸੀਂ ਅੱਜ ਸ਼ਰਾਬ ਪੀ ਕੇ ਸੀਰੀਅਸ ਅਫੈਂਸ 'ਚ ਪੜੇ ਗਏ, ਪਹਿਲਾਂ ਤੁਸੀਂ ਕੋਈ ਚੋਰੀ ਕੀਤੀ ਸੀ ਜਿਹੜਾ ਸੀਰੀਅਸ ਕ੍ਰਿਮੀਨੈਲਿਟੀ ਨਹੀਂ ਮੰਨਿਆ ਜਾਂਦਾ, ਤੁਸੀਂ ਕਿਸੇ ਕਾਰਡ ਫਰਾਡ 'ਚ ਫੜੇ ਗਏ ਸੀ, ਜੇ 5000 ਤੋਂ ਘੱਟ ਦਾ ਜੁਰਮ ਸੀ, ਉਹਨੂੰ ਕੱਲੀ ਕ੍ਰਿਮੀਨੈਲਿਟੀ ਮੰਨਿਆ ਜਾਂਦਾ, ਸੀਰੀਅਸ ਕ੍ਰਿਮੀਨੈਲਿਟੀ ਨਹੀਂ ਮੰਨਿਆ ਜਾਂਦਾ। ਪਰ ਤੁਹਾਡੀ ਹਿਸਟਰੀ ਬਹੁਤ ਲੰਬੀ ਹੈਗੀ ਹੈ ਤੇ ਫਿਰ ਇਹ ਕੰਡੀਸ਼ਨਸ ਵੀ ਐਡ ਕੀਤੀ ਜਾ ਸਕਦੀ ਹੈ ਕਿ ਤੂੰ ਜੇ ਕਿਸੇ ਹੋਰ ਜੁਰਮ 'ਚ ਵੀ ਦੁਬਾਰੇ ਫੜਿਆ ਗਿਆ ਤਾਂ ਵੀ ਤੈਨੂੰ ਰਿਮੂਵ ਹੈ ਜਿਹੜਾ ਉਹ ਕੀਤਾ ਜਾਊਗਾ। ਸੋ ਜੇ ਕੰਡੀਸ਼ਨ ਸਾਰੀਆਂ ਸਹੀ ਰਹਿੰਦੀਆਂ ਨੇ, ਉਸ ਤੋਂ ਬਾਅਦ ਤੁਹਾਡੀ ਜਿਹੜੀ ਸਟੇ ਹੈਗੀ ਉਹ ਖਤਮ ਕਰ ਦਿੱਤੀ ਜਾਂਦੀ ਹੈ ਤੇ ਤੁਸੀਂ ਫਿਰ ਪਰਮਾਨੈਂਟ ਰੈਜ਼ੀਡੈਂਟ ਬਣੇ ਰਹਿ ਜਾਂਦੇ ਹੋ। ਪਰ ਜੇ ਤੁਸੀਂ ਕੰਡੀਸ਼ਨ ਬ੍ਰੀਚ ਕਰ ਲਈ ਫਿਰ ਉਹ ਰਿਮੂਵਲ ਐਪਲੀਕੇਬਲ ਹੋ ਜਾਂਦਾ, ਤੁਹਾਡੀ ਪਰਮਾਨੈਂਟ ਰੈਜ਼ੀਡੈਂਸ ਖਤਮ ਹੋ ਜਾਂਦੀ ਹੈਗੀ ਆ। ਇਹ ਤਾਂ ਮਾਮਲਾ ਹੈਗਾ ਜਿਹੜੇ ਪਰਮਾਨੈਂਟ ਰੈਜ਼ੀਡੈਂਟ। ਨਾਲੇ ਮੈਂ ਦੱਸਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਸਟੇ ਨਹੀਂ ਹੁੰਦੀ ਜਾਂ ਤੁਹਾਡਾ ਰਿਮੂਵਲ ਹੈ ਜਿਹੜਾ ਉਹਨੂੰ ਸਹੀ ਮੰਨਿਆ ਜਾਂਦਾ, ਤੁਹਾਡੀ ਅਪੀਲ ਨੂੰ ਡਿਸਮਿਸ ਕਰਿਆ ਜਾਂਦਾ, ਫਿਰ ਤੁਸੀਂ ਇਹਨੂੰ ਅੱਗੇ ਫੈਡਰਲ ਕੋਰਟ 'ਚ ਵੀ ਅਪੀਲ ਕਰ ਸਕਦੇ ਹੋ। ਪਰ ਪ੍ਰੋਵਾਈਡਡ ਤਾਂ ਜੋ ਫੈਸਲਾ ਗਲਤ ਹੈਗਾ ਤੇ ਤੁਸੀਂ ਬਾਕੀ ਕੰਡੀਸ਼ਨਸ ਮੀਟ ਕਰਦੇ ਹੋ। ਇਹ ਤਾਂ ਹੋ ਗਿਆ ਕਿ ਜਿਹਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਜਿਹਦੇ ਵਿੱਚ ਤੁਸੀਂ ਸਿੱਧੇ ਤਰੀਕੇ ਨਾਲ ਉਰੇ ਆਏ ਹੋ, ਜਿਹੜੇ ਉਰੇ ਇਲੀਗਲ ਵੇ ਨਾਲ ਬਾਰਡਰ ਕ੍ਰਾਸਿੰਗ ਕਰਕੇ ਜਾਂ ਰਿਫਿਊਜੀ ਕਲੇਮ ਕਰਦੇ ਨੇ, ਜੇਕਰ ਉਹ ਕੋਈ ਐਵੇਂ ਦਾ ਕ੍ਰਾਈਮ ਕਰਦੇ ਹੋਏ ਫੜੇ ਜਾਂਦੇ ਨੇ, ਫਿਰ ਕੀ ਉਹਨਾਂ ਨੂੰ ਵੀ ਦੇਸ਼ ਨਿਕਾਲਾ ਦਿੱਤਾ ਜਾਏਗਾ? ਬਿਲਕੁਲ, ਜਿਹੜਾ ਸਟੇਟਲੈਸ ਪਰਸਨ ਹੈਗਾ ਉਹਨੂੰ ਤਾਂ ਨਹੀਂ, ਉਹਨੂੰ ਭੇਜਣਗੇ ਕਿੱਥੇ ਜੀ ਜਿਹਦੀ ਕੋਈ ਸਟੇਟ ਨਹੀਂ ਹੈਗੀ ਹੈ। ਦੂਜਾ, ਜੇ ਤੁਸੀਂ ਪ੍ਰੋਟੈਕਟਡ ਪਰਸਨ ਹੈਗੇ ਹੋ ਤੇ ਦੂਜੇ ਦੇਸ਼ 'ਚੋਂ ਤੁਹਾਨੂੰ ਖਤਰਾ ਹੈਗਾ ਤਾਂ ਇਹ ਕਾਨੂੰਨ 'ਚ ਤਬਦੀਲੀ ਕੀਤੀ ਦੇਖਣ ਨੂੰ ਕਿ ਉਸ ਮੁਲਕ 'ਚ ਹਾਲਾਤ ਸੁਧਾਰ ਹੋ ਗਏ ਨੇ। ਜੇ ਹਾਲਾਤ ਸੁਧਾਰ ਹੋ ਗਏ ਨੇ, ਹਾਂਜੀ, ਫਿਰ ਤੁਹਾਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਊਗਾ, ਫਿਰ ਤੁਹਾਨੂੰ ਤੁਹਾਡਾ ਜਿਹੜਾ ਪ੍ਰੋਟੈਕਟਡ ਪਰਸਨ ਦਾ ਸਟੇਟਸ ਹੈ ਉਹ ਖਤਮ ਕਰਕੇ ਤੁਹਾਨੂੰ ਭੇਜਿਆ ਜਾ ਸਕਦਾ। ਪਰ ਜੇ ਉੱਥੇ ਹਾਲਾਤ ਖਰਾਬ ਨੇ ਫਿਰ ਤੁਹਾਨੂੰ ਰਿਮੂਵ ਨਹੀਂ ਕੀਤਾ ਜਾਊਗਾ ਜੀ। ਇਹ ਤੋਂ ਬਾਅਦ ਅਗਲੀ ਜਿਹੜੀ ਹੈਗੀ ਉਹ ਟੈਂਪਰੇਰੀ ਰੈਜ਼ੀਡੈਂਸ ਦੇ ਉੱਤੇ ਹੈ। ਉੱਥੇ ਜਿਹੜੀਆਂ ਸਰਕਮਸਟੈਂਸਸ ਨੇ ਉਹ ਬਹੁਤ ਜ਼ਿਆਦਾ ਹਾਰਸ਼ ਹੈਗੀਆਂ ਨੇ ਕਿਉਂਕਿ ਤੁਹਾਡੇ ਕੋਲ ਉੱਥੇ ਰਾਈਟ ਆਫ ਅਪੀਲ ਨਹੀਂ ਹੈਗਾ। ਇਹ ਪਰਮਾਨੈਂਟ ਰੈਜ਼ੀਡੈਂਸ ਕੋਲ ਰਾਈਟ ਆਫ ਅਪੀਲ ਹੈ ਤੇ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ, ਚਾਹੇ ਵਰਕਰ ਨੇ, ਵਿਜ਼ਿਟਰ ਨੇ, ਸਟੂਡੈਂਟ ਨੇ, ਉਹਨਾਂ ਕੋਲ ਕੋਈ ਰਾਈਟ ਆਫ ਅਪੀਲ ਨਹੀਂ ਹੈਗਾ। ਸੋ ਜਦੋਂ ਜੇ ਕੋਈ ਪਹਿਲਾਂ ਤਾਂ ਜੀ ਇਸ ਮਾਮਲੇ 'ਚ ਕੋਈ ਚਾਰਜ ਨਾ ਹੋਵੇ, ਤਾਂ ਜੇ ਕੋਈ ਸਟੂਡੈਂਟ, ਵਰਕਰ ਜਾਂ ਵਿਜ਼ਿਟਰ ਇਹ ਮਾਮਲੇ 'ਚ ਚਾਰਜ ਹੋ ਜਾਂਦਾ ਤੇ ਉਹ ਗਿਲਟੀ ਪਲੀ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਾਮਲਾ ਜਿਹੜਾ ਉਹ ਬਹੁਤ ਨਾਨ ਰਿਪੇਅਰੇਬਲ ਹੋ ਜਾਂਦਾ। ਕਹਿਣ ਦਾ ਮਤਲਬ ਹੈ ਕਿ ਉਹਨੂੰ ਰਿਪੇਅਰ ਹੁਣ ਨਹੀਂ ਕੀਤਾ ਜਾ ਸਕਦਾ, ਉਹ ਬਾਹਰ ਜਾਣਗੇ ਹੀ ਜਾਣਗੇ। ਸੋ ਜਦੋਂ ਜੇ ਤੁਸੀਂ ਚਾਰਜ ਹੋ ਗਏ ਤੇ ਤੁਹਾਨੂੰ ਗਿਲਟੀ ਪਲੀ ਕਰਨ ਬਾਰੇ ਕਿਹਾ ਗਿਆ ਕਿ ਤੁਸੀਂ ਗਿਲਟੀ ਪਲੀਡ ਕਰ ਲਓ, ਤਾਂ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਉਹ ਜੁਰਮ ਨਹੀਂ ਕੀਤਾ ਸੀ ਤਾਂ ਫਿਰ ਤੁਹਾਨੂੰ ਗਿਲਟੀ ਪਲੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਸਾਰੇ
ਕੇਸਿਸ ਇਹੋ ਜਿਹੇ ਆਏ ਨੇ ਤਰਨ, ਜਿੱਥੇ ਕਿ ਉਹਦੇ ਲਾਇਰ ਨੇ ਉਹਨੂੰ ਕਹਿਤਾ ਕਿ ਤੂੰ ਗਿਲਟੀ ਪਲੀ ਕਰ ਲੈ, ਮੈਂ ਤੇਰਾ ਲਾਇਸੈਂਸ ਸਸਪੈਂਡ ਇੰਨੇ ਚਿਰ ਲਈ ਹੋ ਜਾਊਗਾ ਤੇ ਇੰਨਾ ਤੇਰਾ ਫਾਈਨ ਹੋ ਜਾਊਗਾ, ਤੇ ਬੰਦੇ ਨੂੰ ਲੱਗਦਾ ਕਿ ਮੈਂ ਤਾਂ ਮੇਰਾ ਛੁਟਕਾਰਾ ਹੋ ਗਿਆ। ਐਕਚੁਅਲੀ ਛੁਟਕਾਰਾ ਨਹੀਂ ਹੋਇਆ, ਉਹ ਮਾਮਲੇ 'ਚ ਹੋਰ ਵੀ ਜ਼ਿਆਦਾ ਉਲਝ ਗਿਆ ਹੋਇਆ, ਕਿਉਂਕਿ ਜਦੋਂ ਹੀ ਸਜ਼ਾ ਹੋ ਗਈ ਤੁਹਾਨੂੰ, ਉਸ ਤੋਂ ਬਾਅਦ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਕੈਨੇਡਾ ਨੂੰ। ਤੇ ਰੀਹੈਬਿਲਿਟੇਸ਼ਨ ਪੀਰੀਅਡ ਹੈਗਾ ਜਿਹੜਾ, ਉਹ 10 ਸਾਲ ਹੈਗਾ, ਇੱਥੇ 5 ਸਾਲ ਨਹੀਂ ਹੈਗਾ। TRs ਲਈ 10 ਹਾਂ, ਸਾਲ 10 ਸਾਲ ਹੈ। ਸੋ 10 ਸਾਲ ਤੋਂ ਬਾਅਦ ਤੁਸੀਂ ਡੀਮਡ ਰੀਹੈਬਿਲਿਟੇਟਡ ਮੰਨੇ ਜਾਓਗੇ। ਪਰ 10 ਸਾਲ ਤੁਸੀਂ ਰਹੋਗੇ ਕਿਵੇਂ ਕੈਨੇਡਾ 'ਚ? ਉਹ ਤੁਸੀਂ ਰਹਿ ਨਹੀਂ ਨਾ ਸਕਦੇ, ਕਿਉਂਕਿ ਤੁਸੀਂ ਤਾਂ ਇਨਐਡਮਿਸਿਬਲ ਹੋ ਗਏ, ਤੁਹਾਡੀ ਐਕਸਟੈਂਸ਼ਨ ਨਹੀਂ ਹੋ ਪਾਊਗੀ। ਇਹ ਤੋਂ ਇਲਾਵਾ ਹੋਰ ਵੀ ਇਹੋ ਜਿਹੇ ਮਾਮਲੇ ਨੇ, ਜਿਵੇਂ ਕੁੱਟਮਾਰ ਦਾ ਕੋਈ ਮਾਮਲਾ ਹੈ, ਬੋਡੀਲੀ ਹਾਰਮ ਦਾ ਮਾਮਲਾ, ਉਹਨੂੰ ਵੀ ਸੀਰੀਅਸ ਕ੍ਰਿਮੀਨੈਲਿਟੀ 'ਚ ਗਿਣਿਆ ਜਾਂਦਾ ਹੈਗਾ, ਜੋ ਉੱਥੇ ਵੀ ਥੋੜੀ ਜਿਹੜੀਆਂ ਚਾਂਸਸ ਨੇ ਉਹ ਲਗਭਗ ਖਤਮ ਹੋ ਜਾਂਦੀਆਂ ਨੇ। ਸੋ ਇਹਨਾਂ ਮਾਮਲਿਆਂ ਦੇ ਵਿੱਚੋਂ ਜਿਹੜਾ ਜੇ ਕੋਈ ਕਿਸੇ ਟੈਂਪਰੇਰੀ ਰੈਜ਼ੀਡੈਂਟ ਨੂੰ ਕਨਵਿਕਸ਼ਨ ਹੋ ਜਾਂਦੀ ਹੈ ਜੀ, ਤਾਂ ਉਹਦੇ ਉੱਤੇ ਰਿਪੋਰਟ ਲਿਖ ਕੇ ਤੇ ਕੋਰਟ ਦੇ ਵਿੱਚੋਂ ਮਾਮਲਾ ਨਹੀਂ ਜਾਂਦਾ। ਉੱਥੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰ ਨੂੰ ਇਹ ਅਧਿਕਾਰ ਹੈ ਕਿ ਉਹ ਸਿੱਧਾ ਹੀ ਰਿਮੂਵਲ ਉਹਦੇ ਖਿਲਾਫ ਲਿਖ ਸਕਦਾ ਹੈਗਾ। ਸੋ ਜੇ ਉਹ ਰਿਮੂਵਲ ਉਹਦੇ ਖਿਲਾਫ ਲਿਖ ਦਿੰਦਾ ਹੈ, ਪਰ ਤੁਹਾਨੂੰ ਕੈਨੇਡਾ 'ਚ 1 ਸਾਲ ਤੋਂ ਵੱਧ ਰਹਿੰਦਿਆਂ ਨੂੰ ਹੋ ਗਿਆ, ਤਾਂ ਤੁਹਾਨੂੰ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕਰਨਾ ਜ਼ਰੂਰੀ ਹੋ ਜਾਂਦਾ। ਜੇ ਤੁਹਾਨੂੰ 1 ਸਾਲ ਤੋਂ ਘੱਟ ਦਾ ਸਮਾਂ ਹੋਇਆ ਤਾਂ ਕੋਈ ਰਿਮੂਵਲ ਅਸੈਸਮੈਂਟ ਨਹੀਂ ਹੋਊਗੀ, ਤੁਹਾਨੂੰ ਸਿੱਧਾ ਹੀ ਵਾਪਸ ਭੇਜ ਦਿੱਤਾ ਜਾਊਗਾ। ਜਿਹੜਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਉਹ ਉੱਥੇ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਮੁਲਕ 'ਚ ਤੁਹਾਨੂੰ ਭੇਜਿਆ ਜਾ ਰਿਹਾ ਉੱਥੇ ਹਾਲਾਤ ਸਹੀ ਹੈਗੇ ਨੇ ਕਿ ਨਹੀਂ ਹੈਗੇ। ਤੁਹਾਨੂੰ ਇੱਥੇ ਭੇਜਤਾ, ਉੱਥੇ ਜਾ ਕੇ ਤੁਹਾਡੀ ਮੌਤ ਹੋ ਜੇ ਜੀ, ਇਹ ਤਾਂ ਬਹੁਤ ਵੱਡਾ ਪ੍ਰੋਬਲਮ ਆ ਜਾਣਾ, ਕਿਉਂਕਿ ਤੁਹਾਡੀ ਮੌਤ ਦੀ ਵਜ੍ਹਾ ਕੈਨੇਡਾ ਨੂੰ ਮੰਨਿਆ ਜਾਊਗਾ, ਰਿਮੂਵਲ ਨੂੰ ਮੰਨਿਆ ਜਾਊਗਾ। ਸੋ ਉੱਥੇ ਉਹ ਕਰ ਸਕਦੇ ਨੇ। ਪਰ ਸਭ ਤੋਂ ਜਿਹੜੀ ਡਿਫਿਕਲਟ ਸਿਚੁਏਸ਼ਨ ਇਹਨਾਂ ਕੇਸਿਸ ਦੇ ਵਿੱਚ ਹੈਗੀ ਹੈ, ਉਹ ਹੈਗੀ ਹੈ ਸੈਕਸ਼ਨ 42। ਸੈਕਸ਼ਨ 42 ਕਹਿੰਦਾ ਹੈ ਕਿ ਜੇ ਕੋਈ ਫੈਮਿਲੀ ਮੈਂਬਰ ਤੁਹਾਡਾ ਇਨਐਡਮਿਸਿਬਲ ਹੈਗਾ, ਚਾਹੇ ਉਹ ਅਕੰਪਨਿੰਗ ਹੈ ਚਾਹੇ ਉਹ ਨਾਨ ਅਕੰਪਨਿੰਗ ਹੈ, ਤਾਂ ਤੁਹਾਨੂੰ ਵੀ ਇਨਐਡਮਿਸਿਬਲ ਹੀ ਮੰਨਿਆ ਜਾਊਗਾ। ਸੋ ਆਪਾਂ ਇੱਕ ਸਿਚੁਏਸ਼ਨ ਐਗਜ਼ਾਮਪਲ ਲੈਂਦੇ ਹੈਗੇ ਆ ਕਿ ਇੱਥੇ ਇੱਕ ਇੰਡੀਵਿਜੂਅਲ ਹੈ, ਉਹ ਵਰਕਰ ਹੈ ਤੇ ਉਹਦਾ ਸਪਾਊਸ ਹੈਗਾ। ਵਰਕਰ ਆਪਣਾ ਕੰਮ ਕਰ ਰਿਹਾ ਤੇ ਉਹ ਟੁਵਰਡਸ ਇਮੀਗ੍ਰੇਸ਼ਨ ਐਪਲੀਕੇਸ਼ਨ ਵਧ ਰਿਹਾ ਹੈਗਾ। ਇਨ ਦ ਮੀਨ ਟਾਈਮ ਸਪਾਊਸ ਨੂੰ ਜਿਹੜਾ ਹੈਗਾ ਉਹ ਕਨਵਿਕਸ਼ਨ ਹੋ ਜਾਂਦਾ ਹੈਗਾ। ਹੁਣ ਜਿਹੜੇ ਇੰਡੀਵਿਜੂਅਲ ਨੇ ਆਪਣੀ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਲਾਉਣੀ ਹੈ, ਚਾਹੇ ਉਹ ਨਾਨ ਅਕੰਪਨਿੰਗ ਵੀ ਹੈ ਉਹਦਾ ਸਪਾਊਸ, ਤਾਂ ਵੀ ਉਹਦਾ ਪੁਲਿਸ ਕਲੀਅਰੈਂਸ ਦੇਣਾ ਪੈਣਾ, ਉਹਦਾ ਮੈਡੀਕਲ ਦੇਣਾ ਪੈਣਾ। ਹੁਣ ਜਦੋਂ ਪੁਲਿਸ ਆ ਡਾਕੂਮੈਂਟ ਦੇਊਗੇ ਤਾਂ ਉੱਥੇ ਕਲੀਅਰਲੀ ਲਿਖਿਆ ਹੈ ਕਿ ਇਸ ਨੂੰ ਕਨਵਿਕਸ਼ਨ ਹੋਇਆ। ਤਾਂ ਸੈਕਸ਼ਨ 42 ਕਹਿੰਦਾ ਹੈ ਕਿ ਜੇ ਇੱਕ ਇੰਡੀਵਿਜੂਅਲ ਇਨਐਡਮਿਸਿਬਲ ਹੈ ਤੇ ਉਹਦਾ ਫੈਮਿਲੀ ਮੈਂਬਰ ਕੋਈ ਵੀ, ਚਾਹੇ ਅਕੰਪਨਿੰਗ ਹੈ ਚਾਹੇ ਨਾਨ ਅਕੰਪਨਿੰਗ ਹੈ, ਉਹ ਇਨਐਡਮਿਸਿਬਲ ਹੈ, ਤਾਂ ਤੁਸੀਂ ਵੀ ਇਨਐਡਮਿਸਿਬਲ ਹੋ ਜਾਂਦੇ ਹੋ। ਕਹਿਣ ਦਾ ਮਤਲਬ ਹੈ ਕਿ ਤੁਹਾਡੀ ਵੀ ਇਮੀਗ੍ਰੇਸ਼ਨ ਹੈ ਉਹ ਨਹੀਂ ਹੋਊਗੀ ਹੋਣੀ ਜੀ, ਕਿਉਂਕਿ ਤੁਸੀਂ ਇਨਐਡਮਿਸਿਬਲ ਹੈਗੇ ਹੋ ਉਸ ਕਰਕੇ, ਕਿਉਂਕਿ ਦੂਜਾ ਬੰਦਾ ਇਨਐਡਮਿਸਿਬਲ ਹੈਗਾ। ਸੋ ਜੇ ਇੱਕ ਬੰਦਾ ਸ਼ਰਾਬ ਪੀ ਕੇ ਫੜਿਆ ਗਿਆ ਤੇ ਜਿਹੜਾ ਉਹਦਾ ਸਪਾਊਸ ਹੈ ਉਹ ਵੀ ਆਟੋਮੈਟਿਕਲੀ ਇਨਐਡਮਿਸਿਬਲ ਹੋ ਜਾਂਦਾ ਹੈ। ਇਹ ਸਟੂਡੈਂਟ ਦੇ ਕੇਸ ਦੇ ਵਿੱਚ ਵੀ ਹੈ, ਇਹ ਵਰਕਰ ਦੇ ਕੇਸ ਦੇ ਵਿੱਚ ਵੀ ਹੈ, ਇਹ ਵਿਜ਼ਿਟਰ ਦੇ ਕੇਸ ਦੇ ਵਿੱਚ ਵੀ ਹੈ। ਹੁਣ ਇੱਕ ਹੋਰ ਸਿਚੁਏਸ਼ਨ ਆਪਾਂ ਦੇਖ ਸਕਦੇ ਹਾਂ, ਕੋਈ ਸਟੂਡੈਂਟ ਹੈਗਾ, ਉਹ ਇੱਥੇ ਪੜ੍ਹ ਰਿਹਾ ਹੈ, ਪੜ੍ਹਨ ਤੋਂ ਬਾਅਦ ਉਹ ਇਨ ਦ ਮੀਨ ਟਾਈਮ ਕਨਵਿਕਟ ਹੋ ਗਿਆ, ਉਹਨੇ ਆਪਣੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕੀਤਾ, ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੂਗਾ ਕਿਉਂਕਿ ਉਹ ਇਨਐਡਮਿਸਿਬਲ ਟੂ ਕੈਨੇਡਾ ਹੈਗਾ। ਤੁਸੀਂ ਅੱਜ ਚਾਰਜ ਹੋ ਗਏ, ਸਾਲ ਭਰ ਤੁਹਾਡੀ ਕਨਵਿਕਸ਼ਨ ਨਹੀਂ ਹੋਈ, ਉਸ ਸਾਲ ਦੇ ਦੌਰਾਨ ਵੀ ਤੁਹਾਨੂੰ ਵਰਕ ਪਰਮਿਟ ਮਿਲੂਗਾ ਜਦੋਂ ਤੱਕ ਉਹ ਕੋਰਟ ਉਸ ਕੇਸ ਤੇ ਫੈਸਲਾ ਨਹੀਂ ਕਰ ਜਾਂਦਾ। ਸੋ ਇੱਕ ਬਹੁਤ ਹਾਰਸ਼ ਸਿਚੁਏਸ਼ਨ ਹੈਗੀ ਹੈ ਜਿਹੜੇ ਨਾਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟ ਨੇ ਜੀ ਉਹਨਾਂ ਦੇ ਉੱਤੇ। ਜੀ ਸਰ, ਜਿਵੇਂ ਤੁਸੀਂ ਇਹਨਾਂ ਦੇ ਵਿੱਚ ਗੱਲ ਕੀਤੀ ਹੈ, ਜੇਕਰ ਕਿਸੇ ਦਾ PR ਦਾ ਪ੍ਰੋਸੈਸ ਲੱਗਿਆ ਹੋਇਆ ਤੇ ਉਹਦੇ ਸਪਾਊਸ ਜਿਹੜਾ ਹੈ ਉਹ ਕੁਝ ਐਵੇਂ ਦਾ ਕਰਦਾ ਫੜਿਆ ਜਾਂਦਾ ਆ, ਤਾਂ ਕਿ ਉਹਨਾਂ ਦੇ PR ਪ੍ਰੋਸੈਸ ਦੇ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੂਗਾ? ਬਿਲਕੁਲ ਜੀ। ਸੋ ਕਿਉਂਕਿ ਮੈਂ ਇਸ ਲਈ ਸੌਰੀ ਇੱਥੇ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਇਸ ਲਈ ਕਹਿ ਰਹੀ ਹਾਂ ਕਿਉਂਕਿ ਆਲਰੇਡੀ ਇਹਦੇ ਵਿੱਚ PCC ਵਗੈਰਾ ਜਾ ਚੁੱਕੀ ਹੋਣੀ ਐਂਡ ਆਲ ਦੈਟ, ਕੀ ਅਜਿਹੇ ਕੇਸਿਸ ਦੇ ਵਿੱਚ ਵੀ ਅਸਰ ਹੋਏਗਾ? ਤਰਨ, ਜਦੋਂ ਵੀ ਜਿਹੜਾ ਸਟੈਂਡਰਡ ਰੂਲ ਹੈ ਉਹ ਕੀ ਕਹਿੰਦਾ ਹੈਗਾ ਕਿ ਜਿਹੜਾ ਪੁਲਿਸ ਕਲੀਅਰੈਂਸ ਹੈ ਉਹ 6 ਮਹੀਨੇ ਲਈ ਵੈਲਿਡ ਹੈਗਾ। ਸੋ ਤੁਸੀਂ ਅੱਜ ਕਨਵਿਕਟਡ ਨਹੀਂ ਸੀ ਤੇ ਤੁਸੀਂ ਅੱਜ ਉਸ ਪੁਲਿਸ ਕਲੀਅਰੈਂਸ ਨੂੰ ਭੇਜਤਾ, ਉਸ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਹੋ ਰਹੀ ਹੈ। ਹੁਣ ਜਦੋਂ ਤੁਹਾਡੀ ਲੈਂਡਿੰਗ ਹੋਣੀ ਹੈ, ਉਸ ਵੇਲੇ ਸਵਾਲ ਆਉਂਦਾ ਹੈ ਤੁਹਾਡੇ ਤੇ ਕੋਈ ਕਨਵਿਕਸ਼ਨ ਤਾਂ ਨਹੀਂ, ਤੁਹਾਡੇ ਤੇ ਕੋਈ ਚਾਰजेस ਨਹੀਂ, ਤੁਸੀਂ ਉਸ ਸਮੇਂ ਡਿਕਲੇਅਰ ਕਰਤਾ ਕਿ ਨਹੀਂ ਹੈਗੇ, ਉਸ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਪਤਾ ਲੱਗਦਾ ਕਿ ਹੈਗੇ ਆ, ਤਾਂ ਫਿਰ ਮਿਸ ਰਿਪਰੈਜ਼ੈਂਟੇਸ਼ਨ ਦਾ ਮੁਕੱਦਮਾ ਚੱਲੂਗਾ, ਉਹਦੀਆਂ ਕਨਸੀਕੁਐਂਸਸ ਨੇ ਤੁਹਾਨੂੰ 5 ਸਾਲ ਲਈ ਬੈਨ ਕਰ ਦਿੱਤਾ। ਗੱਲ ਕਰਾਂਗੇ, ਦਰਸ਼ਕ ਇੱਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਜੀ, ਆਪਣੇ ਅਸੀਂ ਕਾਲਰ ਨੂੰ ਕਵਾਂਗੇ ਟੀਵੀ ਨੂੰ ਛੱਡ ਕੇ ਸਾਡੇ ਨਾਲ ਡਾਇਰੈਕਟਲੀ ਫੋਨ ਤੇ ਗੱਲ ਕਰੋ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ?
ਉਹ ਉੱਥੇ ਬੈਠੇ ਨੇ ਆਪਣੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਜੀ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਗੱਲ ਕਰ ਲਿਓ, ਉਸ ਟਾਈਮ ਤੁਹਾਡੀ ਗੱਲ ਕਰਵਾ ਦਿੱਤੀ ਜਾਏਗੀ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਕੌਨਸੀਕੁਐਂਸਸ ਦੀ, ਤੁਸੀਂ ਜੀ ਗੱਲ ਕਰ ਰਹੇ ਬਿਲਕੁਲ। ਸੀ। ਜੀ ਸੋ ਆਪਾਂ ਸਿਚੁਏਸ਼ਨ ਦੇਖ ਰਹੇ ਸੀ ਕਿ ਉਹਨੂੰ ਸਟੂਡੈਂਟ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕੀਤਾ, ਉਸ ਦੌਰਾਨ ਉਹਨੂੰ ਚਾਰजेस ਹੋਈਆਂ ਸੀ। ਸੋ ਉਦੋਂ ਤੱਕ ਫੈਸਲਾ ਨਹੀਂ ਕੀਤਾ ਜਾਊਗਾ ਉਹਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਤੇ ਜਦੋਂ ਤੱਕ ਉਹ ਮੈਟਰ ਨੂੰ ਡਿਸਪੋਜੀਸ਼ਨ ਨਹੀਂ ਹੋ ਜਾਂਦਾ। ਡਿਸਪੋਜੀਸ਼ਨ ਦਾ ਮਤਲਬ ਹੈ ਜਾਂ ਉਹ ਬਰੀ ਹੋਵੇ ਤੇ ਜਾਂ ਉਹਨੂੰ ਸਜ਼ਾ ਹੋਵੇ। ਇਹ ਦੋਏ ਕਨਸੀਕੁਐਂਸਸ ਹੋ ਸਕਦੀਆਂ ਨੇ, ਤੀਜੀ ਤਾਂ ਕੋਈ ਹੋ ਨਹੀਂ ਨਾ ਸਕਦੀ। ਸੋ ਜੇ ਤਾਂ ਉਹਨੂੰ ਉਸ ਸਮੇਂ ਦੌਰਾਨ ਉਹ ਬਰੀ ਹੋ ਜਾਂਦਾ ਤੇ ਉਹ ਇਨਫੋਰਮੇਸ਼ਨ ਇਮੀਗ੍ਰੇਸ਼ਨ ਮਹਿਕਮੇ ਨੂੰ ਪਹੁੰਚਾਉਂਦਾ ਕਿ ਮੈਨੂੰ ਸਜ਼ਾ ਨਹੀਂ ਹੋਈ, ਮੈਂ ਬਰੀ ਹੋ ਗਿਆ, ਫਿਰ ਤਾਂ ਉਹਦੇ ਹੱਕ 'ਚ ਭੁਗਤਿਆ ਜਾਊਗਾ। ਪਰ ਜੇ ਉਹਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਦਾ ਜਿਹੜਾ ਪਰਮਿਟ ਹੈ ਉਹਨੂੰ ਰਿਫਿਊਜ਼ ਕਰ ਦਿੱਤਾ ਜਾਊਗਾ ਤੇ ਉਹਦੇ ਖਿਲਾਫ ਰਿਮੂਵਲ ਆਰਡਰ ਹੈ ਉਹ ਇਸ਼ੂ ਕਰ ਦਿੱਤਾ ਜਾਊਗਾ। ਸਿਮਿਲਰ ਸਿਚੁਏਸ਼ਨ ਜੇ ਕੋਈ ਵਰਕਰ ਹੈਗਾ, ਉਹਨੇ ਆਪਣੀ ਅੱਗੇ ਇਮੀਗ੍ਰੇਸ਼ਨ ਲਈ ਅਪਲਾਈ ਕੀਤਾ, ਉਹਦੇ ਦੌਰਾਨ ਕੁਝ ਹੋ ਜਾਂਦਾ ਤਾਂ ਵੀ ਉੱਥੋਂ ਤੱਕ ਰੋਕ ਕੇ ਰੱਖਿਆ ਜਾਊਗਾ। ਹੁਣ ਇੱਕ ਯੂਨੀਕ ਸਿਚੁਏਸ਼ਨ ਹੋ ਸਕਦੀ ਹੈ ਕਿ ਤੁਸੀਂ ਆਪਦਾ ਪੁਲਿਸ ਕਲੀਅਰੈਂਸ ਜਿਹੜਾ ਉਹ ਪ੍ਰੋਵਾਈਡ ਕੀਤਾ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਸਜ਼ਾ ਹੋ ਗਈ ਹੈ ਤੇ ਇਹ ਤੁਹਾਡੀ ਆਬਲੀਗੇਸ਼ਨ ਹੈ ਕਿ ਜਦੋਂ ਵੀ ਕੋਈ ਸਰਕਮਸਟੈਂਸਸ ਚੇਂਜ ਹੁੰਦੀਆਂ ਨੇ ਤੁਸੀਂ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨਾ। ਜੇ ਤੁਸੀਂ ਨਹੀਂ ਕਰਿਆ ਇਹਦਾ ਮਤਲਬ ਤੁਸੀਂ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਹੈਗੀ ਹੈ। ਹੁਣ ਜੇ ਤੁਹਾਡਾ ਸਪਾਊਸ ਇਸ ਮਾਮਲੇ ਚਾਰਜ ਹੋ ਗਿਆ ਤੇ ਕਈ ਲੋਕ ਕਹਿੰਦੇ ਆ ਕਿ ਜੋ ਨਾਨ ਕੰਪਨਿੰਗ ਹੈ ਤੇ ਫਿਰ ਉਹਨੂੰ ਨਾਨ ਕੰਪਨਿੰਗ ਕਰ ਦੋ ਜੀ ਤੇ ਫਿਰ ਉਹ ਤੁਹਾਡੇ ਤੇ ਅਸਰ ਨਹੀਂ ਹੁੰਦਾ। ਇਹ ਬਿਲਕੁਲ ਗਲਤ ਹੈ ਜੀ। ਕਾਨੂੰਨ ਬਹੁਤ ਕਲੀਅਰ ਹੈਗਾ, ਚਾਹੇ ਉਹ ਕੰਪਨਿੰਗ ਹੈ ਚਾਹੇ ਉਹ ਨਾਨ ਕੰਪਨਿੰਗ ਹੈ, ਤਾਂ ਵੀ ਉਹਦਾ ਜਿਹੜੀ ਐਡਮਿਸਿਬਿਲਿਟੀ ਹੈ ਉਹਨੂੰ ਧਿਆਨ 'ਚ ਰੱਖਿਆ ਜਾਣਾ ਹੈਗਾ। ਹਾਂ, ਜੇ ਉਹ ਤੁਹਾਡਾ ਸਪਾਊਸ ਹੀ ਨਹੀਂ ਹੈਗਾ, ਤੁਸੀਂ ਸੈਪਰੇਟ ਹੋ ਗਏ, ਤੁਸੀਂ ਡਾਈਵੋਰਸਡ ਹੋ ਗਏ, ਫਿਰ ਤੁਹਾਡਾ ਸਪਾਊਸ ਨਹੀਂ ਮੰਨਿਆ ਜਾਊਗਾ। ਸੈਪਰੇਸ਼ਨ ਦੇ ਵਿੱਚੋਂ ਅੱਜ ਤੁਸੀਂ ਸੈਪਰੇਟਡ ਹੋ ਤੇ ਕੱਲ ਨੂੰ ਤੁਸੀਂ ਇਕੱਠੇ ਵੀ ਤਾਂ ਹੋ ਸਕਦੇ ਹੈਗੇ ਹੋ। ਉਸ ਸਿਚੁਏਸ਼ਨ ਦੇ ਵਿੱਚੋਂ ਜੇ ਤੁਸੀਂ ਸੈਪਰੇਟਡ ਹੋ ਤੇ ਤੁਹਾਨੂੰ ਇਹ ਅੰਡਰਟੇਕਿੰਗ ਦੇਣਾ ਪਊਗਾ ਕਿ ਕੱਲ ਨੂੰ ਜੇ ਤੁਸੀਂ ਇਕੱਠੇ ਵੀ ਹੋਗੇ ਤਾਂ ਵੀ ਤੁਸੀਂ ਉਸ ਇੰਡੀਵਿਜੂਅਲ ਨੂੰ ਸਪਾਂਸਰ ਨਹੀਂ ਕਰੋਗੇ। ਜਿਹੜਾ ਸੈਕਸ਼ਨ 179D ਹੈਗਾ ਉਹ ਇਹ ਮਾਮਲੇ ਤੇ ਬਹੁਤ ਕਲੀਅਰ ਹੈ। ਉਹ ਹੈਗਾ ਕਿ ਜੇ ਕੋਈ ਤੁਹਾਡਾ ਨਾਨ ਕੰਪਨਿੰਗ ਜਾਂ ਕੰਪਨਿੰਗ ਜਿਹੜਾ ਤੁਹਾਡਾ ਡਿਪੈਂਡੈਂਟ ਸੀਗਾ, ਉਹਨੂੰ ਤੁਸੀਂ ਡਿਕਲੇਅਰ ਨਹੀਂ ਕੀਤਾ ਜਦੋਂ ਤੁਸੀਂ ਪਰਮਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਕੀਤੀ ਸੀ, ਤਾਂ ਉਸ ਤੋਂ ਬਾਅਦ ਉਹਨੂੰ ਕਦੇ ਵੀ ਤੁਸੀਂ ਸਾਰੀ ਉਮਰ ਸਪਾਂਸਰ ਨਹੀਂ ਕਰ ਸਕਦੇ ਹੈਗੇ। ਸੋ ਉਹ ਬਹੁਤ ਸੀਰੀਅਸ ਜਿਹੜਾ ਕਾਨੂੰਨ ਹੈਗਾ। ਸੋ ਪਰ ਉਹਦੇ ਨਾਲ ਇਹ ਹੈ ਕਿ ਜੇ ਤੁਸੀਂ ਇੱਕ ਵਾਰੀ ਉਹ ਡਿਕਲੇਅਰ ਕਰਤਾ ਤਾਂ ਤੁਸੀਂ ਉਹਨੂੰ ਦੁਬਾਰੇ ਕਦੇ ਨਹੀਂ ਸਪਾਂਸਰ ਕਰ ਸਕੋਗੇ। ਹਾਂ, ਤੁਹਾਡੀ ਇਮੀਗ੍ਰੇਸ਼ਨ ਹੈ ਉਹ ਜ਼ਰੂਰ ਹੋ ਜੂਗੀ। ਜਿਹੜਾ ਕਿਸੇ ਨੂੰ ਰਿਮੂਵ ਕੀਤਾ ਜਾਂਦਾ ਇੱਥੋਂ ਤੇ 10 ਸਾਲ ਦਾ ਪੀਰੀਅਡ ਹੈਗਾ ਜਦੋਂ ਤੁਸੀਂ ਉਹਨੂੰ ਰੀਹੈਬਿਲਿਟੇਸ਼ਨ ਕਰਦੇ ਹੋ। ਹੁਣ ਆਪਾਂ ਇੱਕ ਕਨਸੀਕੁਐਂਸ ਮੰਨ ਸਕਦੇ ਹਾਂ ਕਿ ਕੋਈ ਇੱਥੇ ਪਰਮਨੈਂਟ ਰੈਜ਼ੀਡੈਂਟ ਹੈਗਾ, ਉਹਨੂੰ ਰਿਮੂਵ ਕਰ ਦਿੱਤਾ ਗਿਆ, ਉਹਦਾ ਸਪਾਊਸ ਇੱਥੇ ਕੈਨੇਡਾ ਦੇ ਅੰਦਰ ਹੈ ਤੇ ਉਹ ਤੋਂ ਬਾਅਦ ਉਹਨੇ ਸਪਾਊਸ ਨੂੰ ਉਹਨੂੰ ਸਪਾਂਸਰਸ਼ਿਪ ਕਰਨਾ ਹੈਗਾ। ਹੁਣ ਜੋ ਰਿਮੂਵ ਕੀਤਾ ਗਿਆ ਉਹ ਬਿਨਾਂ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਤੋਂ ਵਾਪਸ ਨਹੀਂ ਆ ਸਕਦੇ ਤੇ ਇਹਦੇ ਨਾਲ 5 ਸਾਲ ਦਾ ਸਮਾਂ ਵੀ ਗੁਜ਼ਰਨਾ ਪਊਗਾ ਤਾਂ ਹੀ ਉਹ ਤੋਂ ਬਾਅਦ ਉਹ ਪਾਰਡਨ ਅਪਲਾਈ ਕਰ ਸਕਦੇ। ਜੇ ਉਹਨੇ ਪਾਰਡਨ ਨਹੀਂ ਅਪਲਾਈ ਕੀਤਾ ਤੇ ਉਹ ਕੈਨੇਡਾ ਤੋਂ ਬਾਹਰ ਹੈ, ਫਿਰ ਜਿਹੜੀ ਲਿਮਿਟ ਆ ਉਹ 10 ਸਾਲ ਹੈਗੀ ਹੈ, ਫਿਰ ਉਹਨੂੰ 10 ਇਅਰਸ ਵੇਟ ਹੈ ਜਿਹੜਾ ਉਹ ਕਰਨਾ ਪਊਗਾ। ਕੋਈ ਐਵੇਂ ਦੇ ਵੀ ਸਿਸਟਮ ਹੋ ਸਕਦਾ ਜਿਹਦੇ ਵਿੱਚ ਕਿ ਇਸ ਰਿਮੂਵਲ ਤੋਂ ਬਚਿਆ ਜਾ ਸਕੇ, ਜਿਵੇਂ ਕੋਈ ਐਵੇਂ ਦੇ ਕੋਈ ਸਬੂਤ ਪੇਸ਼ ਕੀਤੇ ਜਾਣ ਜਾਂ ਫਿਰ ਜਿਹੜੀ ਪਾਰਟੀ ਨੂੰ ਜੇ ਕਿਸੇ ਨੂੰ ਕੋਈ ਨੁਕਸਾਨ ਹੋਇਆ ਉਹ ਆ ਕੇ ਕੋਈ ਕਵੇ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਜੇ ਕੈਨੇਡਾ ਵਿੱਚ ਰਹਿਣ, ਕੁਝ ਐਵੇਂ ਹੋ ਸਕਦਾ? ਤਰਨ ਜਿਹੜੀਆਂ ਲਿਮਿਟੇਸ਼ਨਸ ਨੇ ਉਹ ਲਿਮਿਟੇਸ਼ਨਸ ਸਰਟਨ ਟਾਈਮ ਤੋਂ ਬਾਅਦ ਹੀ ਕਰ ਸਕਦੇ। ਜਿਵੇਂ ਤੁਸੀਂ ਦੱਸਿਆ ਹੈਗਾ ਉਹ ARC ਦਾ ਪ੍ਰੋਸੈਸ ਹੈਗਾ। ਜਿਹੜਾ ARC ਹੈਗਾ ਉਹ ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਹੈਗਾ। ਆਥੋਰਾਈਜੇਸ਼ਨ ਟੂ ਰਿਟਰਨ ਟੂ ਕੈਨੇਡਾ ਉਹ ਡਾਕੂਮੈਂਟ ਹੈ ਜਿਹੜਾ ਕਿਸੇ ਵੀ ਰਿਮੂਵਲ ਜਾਂ ਡੀਪੋਰਟ ਹੋਏ ਪਰਸਨ ਨੂੰ ਚਾਹੀਦਾ ਵਾਪਸ ਆਉਣ ਲਈ, ਚਾਹੇ ਉਹ ਸਾਰੀ ਇਮੀਗ੍ਰੇਸ਼ਨ ਦੀਆਂ ਕੰਡੀਸ਼ਨਸ ਪੂਰੀਆਂ ਕਰਦਾ ਹੈ। ਇਹ ਵੀ ਕੰਜ਼ਰਵੇਟਿਵਸ ਨੇ ਸਾਲ 2008 ਦੇ ਵਿੱਚੋਂ ਇਹਦੇ ਤੇ ਇੱਕ ਮੇਜਰ ਕਾਨੂੰਨ 'ਚ ਤਬਦੀਲੀ ਕਰਕੇ ਜਿਹੜਾ ਓਨਸ ਹੈਗਾ ਉਹ ਓਨਸ ਲਾਗੂ ਕਰਤਾ ਐਪਲੀਕੈਂਟ ਦੇ ਉੱਤੇ ਕਿ ਜਿਹੜਾ ਬੰਦਾ ਅਰਜ਼ੀ ਕਰਨ ਵਾਲਾ ਉਹ ਪ੍ਰੂਵ ਕਰੇ ਕਿ ਉਹਨੂੰ ਵਾਪਸ ਕਿਉਂ ਆਉਣ ਦਿੱਤਾ ਜਾਵੇ। ਪਹਿਲਾਂ ਇਹ ਓਨਸ ਹੁੰਦਾ ਸੀ ਸਰਕਾਰ ਦੇ ਉੱਤੇ ਕਿ ਉਹ ਪ੍ਰੂਵ ਕਰੇ ਇਸ ਬੰਦੇ ਨੂੰ ਕਿਉਂ ਨਾ ਆਉਣ ਦਿੱਤਾ ਜਾਵੇ। ਹੁਣ ਜਦੋਂ ਓਨਸ ਤੁਹਾਡੇ ਦੇ ਉੱਤੇ ਹੈ ਤਾਂ ਤੁਹਾਨੂੰ ਵੱਧ ਤੋਂ ਵੱਧ ਜਿਹੜੇ ਐਫਰਟ ਕਰਨੇ ਪੈਣਗੇ। ਹਾਂਜੀ, ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਇਹ ਵੀ ਵਨ ਆਫ ਦ ਐਫਰਟ ਹੈਗੇ ਨੇ ਜਿੱਥੇ ਤੁਸੀਂ ਇਹ ਪ੍ਰੂਵ ਕਰਨਾ ਹੈਗਾ ਕਿ ਕੀ ਸਰਕਮਸਟੈਂਸਸ ਦੇ ਵਿੱਚ ਹੁਣ ਚੇਂਜਸ ਹੋਈਆਂ ਨੇ, ਜਿਹੜਾ ਕੋਈ ਵਿਕਟਿਮ ਸੀ ਉਹਦੇ ਤੇ ਕੀ ਇਫੈਕਟ ਹੋਇਆ ਜਾਂ ਉਹਨੂੰ ਪੋਜ਼ਿਟਿਵ ਹੋਇਆ ਜਾਂ ਨੈਗੇਟਿਵ ਹੋਇਆ, ਕਿਸ ਤਰੀਕੇ ਨਾਲ ਹੋਇਆ। ਫਿਰ ਉਹ ਤੋਂ ਬਾਅਦ ਇਹੀ ਜੀ ਕੀ ਚੀਜ਼ ਹੈਗੀ ਹੈ
ਜਿਹੜੀ ਤੁਹਾਨੂੰ ਜ਼ਰੂਰੀ ਬਣਾਉਂਦੀ ਹੈ ਤੁਹਾਨੂੰ ਵਾਪਸ ਆਉਣਾ ਦੇਵੇ, ਚਾਹੇ ਉਹ ਜਿਹੜਾ ਇੱਥੇ ਬੰਦਾ ਉੱਥੇ ਨਹੀਂ ਜਾ ਸਕਦਾ ਜਾਂ ਇੱਥੇ ਬੰਦੇ ਜ਼ਿਆਦੇ ਹੈਗੇ ਆ, ਹਾਂਜੀ ਉਹ ਕਿੰਨੀਆਂ ਐਫਰਟ ਹੋ ਸਕਦੀਆਂ ਨੇ, ਉਹ ਤੁਸੀਂ ਪੂਰੀਆਂ ਕਰਨੀਆਂ ਨੇ, ਤੁਹਾਨੂੰ ਤਾਂ ਹੀ ਵਾਪਸ ਆਉਣਾ ਦਿੱਤਾ ਜਾਊਗਾ। ਇਹਦੇ ਨਾਲ ਨਾਲ ਜੇ ਇਹੀ ਜੁਰਮ ਕੈਨੇਡਾ ਤੋਂ ਬਾਹਰ ਹੋਇਆ ਪਰ ਕੈਨੇਡਾ ਦੇ ਅੰਦਰ ਉਹ ਜੁਰਮ ਹੈ, ਚਾਹੇ ਤੁਹਾਨੂੰ ਸਜ਼ਾ ਨਹੀਂ ਵੀ ਹੋਈ ਤਾਂ ਵੀ ਉਹਨੂੰ ਸਜ਼ਾ ਦੇ ਬਰਾਬਰ ਮੰਨਿਆ ਜਾਊਗਾ। ਫੋਰ ਐਗਜ਼ਾਮਪਲ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਯੂਨਾਈਟਿਡ ਸਟੇਟਸ ਦੇ ਵਿੱਚ ਉਹ ਕ੍ਰਿਮੀਨਲ ਆਫੈਂਸ ਨਹੀਂ ਹੈਗਾ, ਉਹ ਹਾਈਵੇ ਟ੍ਰੈਫਿਕ ਐਕਟ ਦੀ ਉਲੰਘਣਾ ਮੰਨੀ ਜਾਂਦੀ ਹੈ, ਪਰ ਉਹ ਕੈਨੇਡਾ 'ਚ ਕ੍ਰਿਮੀਨਲ ਆਫੈਂਸ ਹੈ। ਸੋ ਜੇ ਉਹ ਤੁਹਾਨੂੰ ਉੱਥੇ ਇਹਦੀ ਟਿਕਟ ਮਿਲ ਗਈ ਹੈ ਤਾਂ ਉਹਨੂੰ ਕੈਨੇਡਾ 'ਚ ਜੁਰਮ ਮੰਨਿਆ ਜਾਊਗਾ ਤੇ ਉਹ ਵੀ ਉਹਦੀਆਂ ਵੀ ਸੀਰੀਅਸ ਕੌਨਸੀਕੁਐਂਸਸ ਅੱਗੇ ਜਾ ਕੇ ਹੋਣਗੀਆਂ। ਸਿਮਿਲਰਲੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉੱਥੇ ਵੀ ਇਹ ਹੈ ਕਿ ਜੇ ਤੁਹਾਨੂੰ ਫਾਈਨ ਹੋ ਗਿਆ ਤੁਸੀਂ ਸੋਚਦੇ ਹੋ ਮੈਨੂੰ ਸਜ਼ਾ ਤਾਂ ਨਹੀਂ ਹੋਈ, ਪਰ ਉਹ ਤੁਹਾਨੂੰ ਇੱਥੇ ਆ ਕੇ ਜਿਹੜੀ ਉਹ ਪ੍ਰੋਬਲਮ ਦਿੰਦੀ ਹੈਗੀ ਹੈ। ਜਦੋਂ ਵੀ ਤੁਹਾਡੇ ਤੇ ਇਹ ਮਾਮਲਾ ਚਾਰਜਸ ਲੱਗਦੀਆਂ ਨੇ ਤੇ ਤੁਸੀਂ ਨਾਨ ਸਿਟੀਜ਼ਨ ਹੈਗੇ ਹੋ, ਤੁਸੀਂ ਬਿਨਾਂ ਇਮੀਗ੍ਰੇਸ਼ਨ ਐਕਸਪਰਟ ਤੋਂ ਐਡਵਾਈਸ ਲਏ ਹੋਏ ਇਹ ਮਾਮਲੇ ਨੂੰ ਪਰਸੂ ਨਾ ਕਰੋ, ਕਿਉਂਕਿ ਉਹ ਤੋਂ ਬਾਅਦ ਦੀਆਂ ਕੌਨਸੀਕੁਐਂਸਸ ਨੇ ਉਹ ਬਹੁਤ ਡਿਫਿਕਲਟੀ ਤੁਹਾਡੇ ਲਈ ਪੈਦਾ ਕਰ ਦੇਣਗੀਆਂ ਜੀ। ਲੋਕਾਂ ਨੇ ਹੁਣ ਰਿਅਲਾਈਜ਼ ਕਰਨਾ ਇਸ ਗੱਲ ਨੂੰ ਸ਼ੁਰੂ ਕਰਿਆ ਹੈ, ਕਿਉਂਕਿ ਜੇ ਦਸੰਬਰ 'ਚ 2018 'ਚ ਲਾਗੂ ਹੋਇਆ ਸੀ, ਜੋ ਕੋਈ 19 'ਚ ਚਾਰਜ ਹੋਇਆ, 20 'ਚ ਚਾਰਜ ਹੋਇਆ, ਉਹਨਾਂ ਨੂੰ ਸਜ਼ਾਵਾਂ ਹੁਣ ਹੋਣਗੀਆਂ ਨਾ, ਉਹਦੀ ਕੌਨਸੀਕੁਐਂਸਸ ਹੁਣ ਆਉਣੀਆਂ ਸ਼ੁਰੂ ਹੋਣਗੀਆਂ। ਜਿਹੜੇ ਪਹਿਲਾਂ ਵਾਲੇ ਨੇ ਉਹ ਆਪਾਂ ਨੂੰ ਪਤਾ ਸੀ ਕਿ ਉਦੋਂ ਸੀਰੀਅਸ ਕ੍ਰਿਮੀਨੈਲਿਟੀ ਨਹੀਂ ਮੰਨਿਆ ਜਾਂਦਾ ਸੀ ਤੇ ਇਮੀਗ੍ਰੇਸ਼ਨ ਤੇ ਕੋਈ ਸਿੱਧੇ ਤੌਰ ਤੇ ਅਸਰ ਹੈ ਜਿਹੜਾ ਉਹ ਨਹੀਂ ਪੈਂਦਾ ਸੀਗਾ, ਪਰ ਹੁਣ ਇਹ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਚੁੱਕੀ ਹੈ। ਖਾਸ ਕਰਕੇ ਜਿੱਥੇ ਕਿ ਤੁਹਾਨੂੰ ਕਾਉਂਸਲ ਬਲਾਈਂਡਲੀ ਇਹ ਗੱਲ ਕਹਿੰਦਾ ਹੈ ਕਿ ਤੂੰ ਗਿਲਟੀ ਪਲੀ ਕਰ ਲੈ ਤੇ ਉਹ ਤੋਂ ਬਾਅਦ ਤੇਰਾ ਛੁਟਕਾਰਾ ਹੋ ਜੂ, ਉਹਨਾਂ ਕੇਸਿਸ ਦੇ ਵਿੱਚ ਤੁਹਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੈਗੀ ਹੈ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋ, ਵਰਕਰ ਹੋ ਜਾਂ ਤੁਸੀਂ ਸਟੂਡੈਂਟ ਹੈਗੇ ਹੋ। ਪਰ ਜੇ ਸਟਿਲ ਤੁਸੀਂ ਗਿਲਟੀ ਪਲੀ ਕਰ ਲਿਆ ਹੈਗਾ, ਉਹ ਤੋਂ ਬਾਅਦ ਤੁਹਾਡੇ ਖਿਲਾਫ ਰਿਪੋਰਟ ਹੈ ਜਿਹੜੀ ਲਿਖੀ ਗਈ, ਉਸ ਤੋਂ ਬਾਅਦ ਵੀ ਤੁਹਾਡੇ ਕੋਲ ਮੌਕੇ ਹੈਗੇ ਆ ਜਿੱਥੇ ਸਟੈਪਸ ਨੇ ਤੁਸੀਂ ਉਹਦੇ 'ਚ ਜਾ ਸਕਦੇ ਹੋ। ਮੈਂ ਦੱਸਣਾ ਚਾਹੁੰਦਾ ਕਿ ਮੈਜੋਰਿਟੀ ਕੇਸਿਸ ਨੇ ਉਹ ਪ੍ਰੋਸੀਜਰਲ ਫੇਅਰਨੈਸ ਲੈਟਰ ਦੇ ਨਾਲ ਹੀ ਹੈਂਡਲ ਹੋ ਜਾਂਦੇ ਆ, ਮੈਜੋਰਿਟੀ ਕੇਸਿਸ ਹੈਂਡਲ ਹੋ ਜਾਂਦੇ ਨੇ ਜੇ ਤੁਸੀਂ ਇੱਕ ਰਾਈਟ ਰੈਪਰੈਜ਼ੈਂਟੇਸ਼ਨ ਹੈਗੀ ਹੈ, ਤੁਸੀਂ ਇਹ ਦੱਸ ਸਕੋ ਜੋ ਕਾਨੂੰਨ ਸੁਣਨਾ ਚਾਹੁੰਦਾ ਹੈ। ਜੇ ਤੁਸੀਂ ਉਹ ਦੱਸ ਹੀ ਨਹੀਂ ਸਕੇ ਕਿ ਕਾਨੂੰਨ ਸੁਣਨਾ ਕੀ ਚਾਹੁੰਦਾ ਤਾਂ ਫਿਰ ਮਾਮਲਾ ਤੁਹਾਡੇ ਹੱਕ 'ਚ ਨਹੀਂ ਹੋਗਾ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸੱਚ ਇਕੱਲਾ ਸੱਚ ਵਰਗਾ ਨਹੀਂ ਹੋਣਾ ਚਾਹੀਦਾ, ਸੱਚ ਵਾਂਗੂ ਦਿਸਣਾ ਵੀ ਹੋਣਾ ਚਾਹੀਦਾ। ਸੋ ਤੁਸੀਂ ਐਫਰਟ ਕਰੇ ਨੇ ਪਰ ਤੁਸੀਂ ਉਹ ਐਫਰਟ ਦਿਖਾ ਨਹੀਂ ਸਕੇ, ਫਿਰ ਵੀ ਉਹ ਤੁਹਾਡੇ ਹੱਕ 'ਚ ਨਹੀਂ ਆਉਣਗੇ। ਤੇ ਬਹੁਤੇ ਲੋਕ ਇਸ ਗੱਲ ਨੂੰ ਸੋਚਦੇ ਉਹਨਾਂ ਨੂੰ ਚਿੱਠੀ ਆ ਗਈ ਤੇ ਉਹ ਖਾਲੀ ਥਾਵਾਂ ਭਰ ਕੇ ਤੇ ਭੇਜ ਦੇਣ, ਜਦ ਕਿ ਉਹ ਇੱਕ ਸੁਨਹਿਰੀ ਮੌਕਾ ਉਸ ਵੇਲੇ ਉਹ ਗਵਾ ਰਹੇ ਹੁੰਦੇ ਆ। ਪਰ ਜੇ ਉਹ ਵੀ ਤੁਸੀਂ ਗਵਾ ਲਿਆ ਤਾਂ ਜਿਹੜਾ ਅਗਲਾ ਸਟੈਪ ਹੈਗਾ ਉਹ ਹੈਗਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ। ਜੇ ਕਿਉਂਕਿ ਉਸ ਤੋਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਪਹੁੰਚਣ ਨੂੰ ਕਰੀਬਨ 2 ਸਾਲ ਦਾ ਸਮਾਂ ਤਰਨ ਲੱਗ ਜਾਂਦਾ ਹੈ। ਜੇ ਤੁਸੀਂ ਉਦੋਂ ਵੀ ਸਹੀ ਐਫਰਟ ਕਰਨੇ ਸ਼ੁਰੂ ਕਰਦੇ ਹੋ ਤਾਂ ਜਦ ਤੱਕ ਤੁਹਾਡੀ ਸੁਣਵਾਈ ਆਉਂਦੀ ਹੈ ਉਦੋਂ ਤੱਕ ਵੀ ਤੁਸੀਂ ਬਹੁਤ ਸਬੂਤ ਇਹ ਜੇ ਇਕੱਠੇ ਕਰ ਚੁੱਕੇ ਹੁੰਦੇ ਹੋ ਜਿਹੜੇ ਤੁਸੀਂ ਜੱਜ ਨੂੰ ਇੰਪ੍ਰੈਸ ਅਪਨ ਕਰ ਸਕਦੇ ਹੋ ਕਿ ਤੁਹਾਡੀ ਰੀਹੈਬਿਲਿਟੇਸ਼ਨ ਹੋ ਚੁੱਕੀ ਹੈ, ਤੁਹਾਨੂੰ ਇਸ ਗੱਲ ਦਾ ਪਛਤਾਵਾ ਹੈਗਾ, ਤੁਸੀਂ ਚੰਗੇ ਸ਼ਹਿਰੀ ਬਣ ਚੁੱਕੇ ਹੋ। ਤਾਂ ਜੇ ਉਹ ਸਾਰੇ ਸਬੂਤ ਨੇ ਥੋੜਾ ਉੱਥੇ ਵੀ ਬਚਾਓ ਹੈ ਜਿਹੜਾ ਉਹ ਹੋ ਸਕਦਾ। ਜੇ ਤੁਸੀਂ ਉਹ ਵੀ ਸਿਚੁਏਸ਼ਨ ਲੰਘਾ ਲਈ ਹੈ ਤਾਂ ਫਿਰ ਸਟੇ ਆਫ ਕੰਡੀਸ਼ਨਸ ਹੈਗਾ, ਤੇ ਸਟੇ ਆਫ ਕੰਡੀਸ਼ਨਸ ਨੂੰ ਵੀ ਇੱਕ ਚਾਹੇ ਉਹ ਸਖਤੀ ਨਾਲ ਤੁਹਾਡੇ ਤੇ ਲਵਾਈਆਂ ਜਾਣ ਪਰ ਤੁਸੀਂ ਉਹ ਫੋਲੋ ਕਰ ਦੋ ਤਾਂ ਵੀ ਬਚਾਓ ਹੋ ਜੂ। ਸੋ ਕਾਨੂੰਨ ਹੈ ਜਿਹੜਾ ਮੈਂ ਅਕਸਰ ਕਹਿਣਾ ਹੁੰਦਾ ਕਿ ਉਹ ਲੋਕਾਂ ਦੇ ਭਲੇ ਲਈ, ਲੋਕਾਂ ਦਾ ਫਾਇਦਾ ਕਰਨ ਲਈ ਬਣਾਇਆ, ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਨਹੀਂ ਬਣਾਇਆ। ਸੋ ਜੇ ਆਪਾਂ ਸਟੈਪਸ ਦੇਖੀਏ, ਆਪਾਂ ਸਾਰੇ ਸਟੈਪਸ ਫੋਲੋ ਕਰੀਏ ਤਾਂ ਸ਼ਾਇਦ ਆਪਣੇ ਦੇ ਉੱਤੇ ਰਿਮੂਵਲ ਦੀਆਂ ਕੌਨਸੀਕੁਐਂਸਸ ਨਹੀਂ ਆਉਣਗੀਆਂ, ਪਰ ਜੇ ਆਪਾਂ ਉਹ ਸਟੈਪ ਹੀ ਮਿਸ ਕਰਦੇ ਜਾਂਦੇ ਆ ਤਾਂ ਫਿਰ ਆਪਣੀਆਂ ਕੌਨਸੀਕੁਐਂਸਸ ਹੋਣੀਆਂ ਹੀ ਵੱਧਦੀਆਂ ਜਾਂਦੀਆਂ। ਜੇਕਰ ਕਿਸੇ ਨੂੰ ਕੋਈ ਬਾਹਰਲੇ ਮੁਲਕ ਵਿੱਚ ਸਜ਼ਾ ਹੋਈ ਹੈ ਪਰ ਇੱਥੇ ਉਹ ਸਜ਼ਾ ਕਾਊਂਟ ਨਹੀਂ ਹੁੰਦੀ ਤਾਂ ਕੀ ਉਹਨਾਂ ਨੂੰ ਬਾਹਰਲੇ ਮੁਲਕ ਵਿੱਚ ਜੋ ਪੀਸੀਸੀ ਤੋਂ ਬਾਅਦ ਜੋ ਮਿਲਦਾ ਸਾਰਾ ਕੁਝ ਉਹਦਾ ਅਸਰ ਪਏਗਾ? ਬਿਲਕੁਲ ਜੀ, ਉਹਦਾ ਬਹੁਤ ਸੀਰੀਅਸ ਅਸਰ ਪੈਂਦਾ ਹੈਗਾ ਤਰਨ, ਕਿਉਂਕਿ ਜਿਹੜਾ ਜੁਰਮ ਕੈਨੇਡਾ 'ਚ ਹੋਇਆ ਉਹ ਜੁਰਮ ਦੇ ਉੱਤੇ ਤੁਹਾਨੂੰ ਸਜ਼ਾ ਮਿਲੀ ਹੈ ਉਹ ਤਾਂ ਹੀ ਕ੍ਰਿਮੀਨੈਲਿਟੀ ਮੰਨੀ ਜਾਂਦੀ ਹੈ। ਪਰ ਜੇ ਉਹ ਜੁਰਮ ਕੈਨੇਡਾ ਤੋਂ ਬਾਹਰ ਹੋਇਆ ਉਹ ਦੇਸ਼ ਚਾਹੇ ਉਹ ਜੁਰਮ ਹੈ ਚਾਹੇ ਨਹੀਂ, ਪਰ ਕੈਨੇਡਾ 'ਚ ਜੁਰਮ ਹੈਗਾ ਤਾਂ ਵੀ ਤੁਹਾਨੂੰ ਉਹਦੀ ਕੌਨਸੀਕੁਐਂਸਸ ਹੋਣਗੀਆਂ। ਫੋਰ ਐਗਜ਼ਾਮਪਲ ਕਈ ਮੁਲਕ ਇਹੋ ਜਿਹੇ ਹੈਗੇ ਆ ਜਿੱਥੇ ਕਿ ਜੇ ਮਰਡਰ ਕਰਤਾ ਉਹ ਤੋਂ ਬਾਅਦ ਬਲੱਡ ਮਨੀ ਪੇ ਕਰਤੀ ਤੁਸੀਂ ਤੇ ਉਸ ਤੋਂ ਬਾਅਦ ਤੁਹਾਨੂੰ ਸਜ਼ਾ ਨਹੀਂ ਹੁੰਦੀ, ਪਰ ਕੈਨੇਡਾ 'ਚੋਂ ਲਾਈਫ ਇੰਪ੍ਰਿਜ਼ਨਮੈਂਟ ਹੈਗਾ ਮਰਡਰ ਦਾ ਸਜ਼ਾ। ਸਿਮਿਲਰਲੀ ਆਪਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਵੀ ਗੱਲ ਕੀਤੀ ਹੈ, ਜਿੱਥੇ ਕਿ ਕਈ ਮੁਲਕ ਇਹੋ ਜਿਹੇ ਹੈਗੇ ਜਿੱਥੇ ਤੁਸੀਂ ਫਾਈਨ ਭਰਤਾ ਤੇ ਕੰਮ ਖਤਮ ਹੋ ਗਿਆ, ਪਰ ਕੈਨੇਡਾ 'ਚ ਉਹਨੂੰ 10 ਸਾਲ ਦੀ ਸਜ਼ਾ ਤੱਕ
ਮੰਨਿਆ ਗਿਆ ਤੁਹਾਡਾ ਉੱਥੇ ਫਾਈਨ ਭਰਿਆ ਤੁਸੀਂ ਕਿਹਾ ਕਿ ਮੈਂ ਤਾਂ ਕੋਈ ਕਨਵਿਕਸ਼ਨ ਨਹੀਂ ਹੈਗੀ ਪਰ ਉਹ ਟੈਕਨੀਕਲ ਕਨਵਿਕਸ਼ਨ ਹੈ ਤੇ ਤੁਹਾਨੂੰ ਸੀਰੀਅਸ ਜਿਹੜੀਆਂ ਉਹਦੀਆਂ ਕੌਨਸੀਕੁਐਂਸਿਸ ਨੇ ਉਹ ਭੁਗਤਣੀਆਂ ਪੈਣਗੀਆਂ ਹੈਗੀਆਂ ਪਰ ਯੂਜੂਅਲੀ ਮੈਂ ਇਹ ਗੱਲ ਨੂੰ ਦੇਖਿਆ ਹੈਗਾ ਕਿ ਜਿਹੜੇ ਵੀ ਇੰਡੀਵਿਜੂਅਲ ਅਣਜਾਣੇ ਤੌਰ ਤੇ ਇਹ ਮਾਮਲੇ 'ਚ ਫਸੇ ਹੁੰਦੇ ਨੇ ਉਹ ਇਹ ਗੱਲ ਨੂੰ ਬਹੁਤ ਸੀਰੀਅਸਲੀ ਲੈਂਦੇ ਹੈਗੇ ਨੇ ਪਰ ਕਈ ਲੋਕ ਜਿਹੜੇ ਹੈਬਿਚੁਅਲ ਅਫੈਂਡਰ ਹੁੰਦੇ ਨੇ ਜਿਹੜੇ ਬਾਰ-ਬਾਰ ਜੁਰਮ ਕਰਿਆ ਹੁੰਦਾ ਉਹ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਇਹੀ ਡਿਫਰੈਂਸ਼ੀਏਸ਼ਨ ਹੈਗਾ ਜਿੱਥੇ ਕਿ ਮੰਨਿਆ ਜਾਂਦਾ ਕਿ ਤੁਸੀਂ ਰੀਹੈਬਿਲਿਟੇਟ ਹੋਏ ਹੋ ਜਾਂ ਮਤਲਬ ਥੋੜਾ ਸੁਧਾਰ ਹੋਇਆ ਕਿ ਨਹੀਂ ਹੋਇਆ ਸੋ ਜੱਜ ਵੀ ਉਸ ਬੰਦੇ ਨੂੰ ਇਹ ਚੰਗੀ ਨਜ਼ਰ ਨਾਲ ਜਿਹੜਾ ਦੇਖੂਗਾ ਜਿਹੜੇ ਬੰਦੇ ਨੇ ਇੱਕ ਵਾਰੀ ਆਫੈਂਸ ਕੀਤਾ ਤੇ ਉਹਨੂੰ ਉਹਦਾ ਬਹੁਤ ਪਛਤਾਵਾ ਹੈਗਾ ਕਿਉਂਕਿ ਮੈਂ ਇਸ ਲਈ ਸਵਾਲ ਚੁੱਕਿਆ ਸੀ ਮੈਨੂੰ ਹੰਬੋਲਟ ਪਾਸ ਐਕਸੀਡੈਂਟ ਦਾ ਯਾਦ ਆ ਗਿਆ ਕਿ ਉਹਦੇ ਵਿੱਚ ਮਿਸਟਰ ਸਿੱਧੂ ਨੂੰ ਵੀ ਹੁਣ ਮੋਰ ਦੈਨ 5 ਇਅਰਸ ਸਜ਼ਾ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਹੈ ਕਿ ਸ਼ਾਇਦ ਦੇਸ਼ ਨਿਕਾਲਾ ਵੀ ਉਹਨਾਂ ਨੂੰ ਦਿੱਤਾ ਜਾ ਸਕਦਾ ਤੇ ਉਹਨਾਂ ਨੂੰ ਅਪੀਲ ਕਰਨ ਲਈ ਸਮਾਂ ਸ਼ਾਇਦ ਦਿੱਤਾ ਜਾਏਗਾ ਪਰ ਮੈਜੋਰਟੀ ਆਫ ਦਾ ਜਿਹੜੇ ਵਿਕਟਿਮਸ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਤਾਂ ਉਹਨਾਂ ਨੇ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਸ਼ਾਇਦ ਪਛਤਾਵਾ ਹੈ ਤਾਂ ਇਸ ਲਈ ਉਹ ਮਾਫ ਕਰਨ ਨੂੰ ਤਿਆਰ ਨੇ ਸੋ ਅਜਿਹੇ ਕੇਸਿਸ ਦੇ ਵਿੱਚ ਕੀ ਹੋ ਸਕਦਾ ਹੈ ਤਰਨ ਇਮੀਗ੍ਰੇਸ਼ਨ ਲਾਅ ਦੇ ਵਿੱਚੋਂ ਜਿਵੇਂ ਆਪਾਂ ਗੱਲ ਕੀਤੀ ਹੈਗੀ ਹੈ ਜੇ 6 ਮਹੀਨੇ ਤੋਂ ਵੱਧ ਦੀ ਉਹਨੂੰ ਸਜ਼ਾ ਹੋਈ ਹੈ ਤਾਂ ਉਹਦੇ ਕੋਲ ਅਪੀਲ ਦਾ ਰਾਈਟ ਨਹੀਂ ਹੋਊਗਾ ਅਪੀਲ ਪ੍ਰੋਸੈਸ ਕੀ ਹੋਊਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜੇ ਆਪਾਂ ਪਾਰਟਿਕੂਲਰ ਮਾਮਲੇ ਦੀ ਗੱਲ ਕਰੀਏ ਜਦੋਂ ਉਹਦੀ ਸਜ਼ਾ ਪੂਰੀ ਹੋਣੀ ਹੈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੂੰ ਪ੍ਰੋਸੀਜਰਲ ਫੇਅਰਨੈਸ ਲੈਟਰ ਹੈ ਜਿਹੜੀ ਉਹ ਆਊਗੀ ਉਹ ਪ੍ਰੋਸੀਜਰਲ ਫੇਅਰਨੈਸ ਲੈਟਰ ਦੇ ਉੱਤੇ ਆ ਜੋ ਸਾਰੀਆਂ ਚੀਜ਼ਾਂ ਨੇ ਜੋ ਵਿਕਟਮ ਇੰਪੈਕਟ ਸਟੇਟਮੈਂਟ ਹੈਗੇ ਆ ਕੀ ਕੌਨਸੀਕੁਐਂਸਿਸ ਨੇ ਉਹਨੂੰ ਪਛਤਾਵਾ ਹੋਇਆ ਕਿ ਨਹੀਂ ਹੋਇਆ ਉਹਨੇ ਆਪਣੇ ਆਪ ਨੂੰ ਸੁਧਾਰ ਕੀਤਾ ਕਿ ਨਹੀਂ ਕੀਤਾ ਉਹਦਾ ਫੈਮਿਲੀ ਇੱਥੇ ਕੀ ਹੈਗਾ ਉਹ ਸਾਰੀਆਂ ਚੀਜ਼ਾਂ ਉਹ ਪ੍ਰੋਸੀਜਰਲ ਫੇਅਰਨੈਸ ਲੈਟਰ ਦੇ ਵਿੱਚ ਲਿਖੀਆਂ ਜਾਣੀਆਂ ਨੇ ਹੁਣ ਉੱਥੇ ਆ ਕੇ ਇੱਕ ਜਿਹੜਾ ਮਿਨਿਸਟਰਸ ਡੈਜ਼ਿਗਨੇਟ ਹੈਗਾ ਇੱਕ ਆਫਿਸਰ ਹੈਗਾ ਉਹ ਸਾਰੇ ਦਾ ਸਾਰਾ ਦਾਰੋਮਦਾਰ ਉਸ ਬੰਦੇ ਦੇ ਹੈ ਕਿ ਉਹ ਰਿਪੋਰਟ ਲਿਖੂਗਾ ਜਾਂ ਉਹਨੂੰ ਵਾਰਨਿੰਗ ਦੇ ਕੇ ਅੱਗੇ ਛੱਡ ਜੂਗਾ ਉਹਨੂੰ ਸੁਧਾਰ ਦਾ ਮੌਕਾ ਦਊਗਾ ਹੁਣ ਕਿਉਂਕਿ ਬਹੁਤ ਹਾਈ ਪ੍ਰੋਫਾਈਲ ਹੈਗਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਫਿਸਰ ਹੈ ਜਿਹੜਾ ਉਹ ਇਹ ਗੱਲ ਨੂੰ ਦੇਖੂਗਾ ਕਿ ਉਹਨੂੰ ਵਾਰਨਿੰਗ ਦੇ ਕੇ ਛੱਡਿਆ ਜਾਵੇ ਆਫ ਕੋਰਸ ਉਹਦੇ ਖਿਲਾਫ ਰਿਪੋਰਟ ਲਿਖੂਗੇ ਜਦੋਂ ਰਿਪੋਰਟ ਲਿਖੀ ਜਾਣੀ ਹੈ ਤਾਂ ਉਹ ਮਾਮਲਾ ਫਿਰ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਚਲਿਆ ਜਾਣਾ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਉੱਥੇ ਜੱਜ ਦੀ ਜੁਰਿਸਡਿਕਸ਼ਨ ਬਹੁਤ ਨੈਰੋ ਹੈਗੀ ਹੈ ਉਹ ਜੱਜ ਦੀ ਜੁਰਿਸਡਿਕਸ਼ਨ ਨੈਰੋ ਹੈ ਤੇ ਜੱਜ ਨੇ ਸਿਰਫ ਇਹ ਦੇਖਣਾ ਹੈ ਰਿਪੋਰਟ ਸਹੀ ਹੈ ਗਲਤ ਹੈ ਆਫ ਕੋਰਸ ਜੇ ਸਜ਼ਾ ਹੋਈ ਹੈ ਤਾਂ ਹੈਗੀ ਹੈ ਤੇ ਫਿਰ ਉਹਨੂੰ ਰਿਮੂਵਲ ਆਰਡਰ ਦੇਣਾ ਹੁਣ ਜਦੋਂ ਰਿਮੂਵਲ ਆਰਡਰ ਹੋਣਾ ਹੈ ਉਸ ਤੋਂ ਬਾਅਦ ਉਹ ਰਿਮੂਵਲ ਦੇ ਉੱਤੇ ਉਹਦੇ ਕੋਲ ਰਾਈਟ ਆਫ ਅਪੀਲ ਨਹੀਂ ਹੈਗਾ ਪਰ ਜਿਹੜੇ ਪਹਿਲੇ 2 ਸਟੈਪ ਨੇ ਉਹ ਤਾਂ ਉਹਨੂੰ ਮਿਲਣੇ ਹੀ ਮਿਲਣੇ ਆ ਜਦੋਂ ਰਿਮੂਵਲ ਨਹੀਂ ਹੈਗਾ ਉਸ ਤੋਂ ਬਾਅਦ ਉਹਨੂੰ ਜਦੋਂ ਰਾਈਟ ਆਫ ਅਪੀਲ ਨਹੀਂ ਤੇ ਉਹਦੇ ਅਧਿਕਾਰ ਖਤਮ ਹੋ ਜਾਂਦੇ ਨੇ ਹੁਣ ਕਿਉਂਕਿ ਉਹ 1 ਸਾਲ ਤੋਂ ਵੱਧ ਕੈਨੇਡਾ ਦੇ ਵਿੱਚ ਗੁਜ਼ਾਰ ਚੁੱਕਿਆ ਹੈ ਇਸ ਲਈ ਰਿਮੂਵ ਕਰਨ ਤੋਂ ਪਹਿਲਾਂ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਹੋਣਾ ਉਹ ਕੇਸ 'ਚ ਜ਼ਰੂਰੀ ਹੋਊਗਾ ਹੁਣ ਉਹ ਕੇਸ ਦੇ ਵਿੱਚੋਂ ਵੀ ਫਿਰ ਉਹਨਾਂ ਨੇ ਸਰਕਮਸਟੈਂਸਸ ਦੇਖਣੀਆਂ ਨੇ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀਆਂ ਨੇ ਤਾਂ ਜੇ ਉਹਦੇ ਉਹ ਹੱਕ 'ਚ ਹੁੰਦੀਆਂ ਨੇ ਤੇ ਫਿਰ ਉਹ ਉਹਨੂੰ ਜਿਹੜੀ ਰੋਕ ਲੱਗ ਸਕਦੀ ਹੈ ਹੁਣ ਜੇ ਮੰਨ ਲਓ ਰੋਕ ਨਹੀਂ ਲੱਗਦੀ ਤੇ ਉਹਨੂੰ ਰਿਫਿਊਜ਼ ਕਰਦੇ ਨੇ ਉਹਦੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਨੂੰ ਉਹਦੇ ਕੋਲ ਫਿਰ ਅਧਿਕਾਰ ਹੈਗਾ ਉਸ ਨੂੰ ਉਹ ਫੈਡਰਲ ਕੋਰਟ ਆਫ ਕੈਨੇਡਾ ਦੇ ਵਿੱਚੋਂ ਚੈਲੰਜ ਕਰ ਸਕਦਾ ਹੈਗਾ ਸੋ ਪ੍ਰੋਸੈਸ ਹੈਗਾ ਪਰ ਆਊਟਰਾਈਟ ਰਿਮੂਵਲ ਨਹੀਂ ਪੋਸੀਬਲ ਜੀ ਬਿਲਕੁਲ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਸੋ ਦਰਸ਼ਕ ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਜਿਵੇਂ ਆਪਾਂ ਕਾਫੀ ਲੰਬੀ ਗੱਲਬਾਤ ਕੀਤੀ ਹੈਗੀ ਹੈ ਤਾਂ ਪਹਿਲਾਂ ਤਾਂ ਜੀ ਸ਼ਰਾਬ ਪੀ ਕੇ ਜਾਂ ਨਸ਼ੇ ਦਾ ਸੇਵਨ ਕਰਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਪਰ ਜੇ ਤੁਸੀਂ ਚਲਾਈ ਹੈ ਤੇ ਤੁਹਾਨੂੰ ਸਜ਼ਾ ਹੋ ਚੁੱਕੀ ਹੈਗੀ ਹੈ ਉਹ ਤੋਂ ਬਾਅਦ ਤੁਸੀਂ ਨਾਨ ਸਿਟੀਜ਼ਨ ਹੈਗੇ ਹੋ ਪਰਮਨੈਂਟ ਰੈਜ਼ੀਡੈਂਟ ਹੋ ਸਟੂਡੈਂਟ ਹੋ ਜਾਂ ਵਰਕਰ ਹੋ ਤਾਂ ਤੁਸੀਂ ਇੱਕ ਸਹੀ ਕਾਨੂੰਨੀ ਸਲਾਹ ਲੈ ਕੇ ਹੀ ਆਪਣੇ ਮਾਮਲੇ ਨੂੰ ਅੱਗੇ ਵਧਾਓ ਕਿਉਂਕਿ ਇਹਦੀਆਂ ਕੌਨਸੀਕੁਐਂਸਿਸ ਇਹ ਨੇ ਕਿ ਤੁਹਾਨੂੰ ਦੇਸ਼ ਚੋਂ ਰਿਮੂਵ ਵੀ ਕੀਤਾ ਜਾ ਸਕਦਾ ਹੈਗਾ ਮੈਂ ਦੱਸਣਾ ਚਾਹੁੰਦਾ ਤਰਨ ਇਹਨਾਂ ਮਾਮਲਿਆਂ 'ਚ ਮੇਰਾ ਬਹੁਤ ਵਾਸਟ ਐਕਸਪੀਰੀਅੰਸ ਹੈਗਾ ਜੀ ਤੇ ਮੈਂ ਹੁਣ ਤੱਕ ਹੰਡਰਡਸ ਆਫ ਕਲਾਇੰਟਸ ਨੂੰ ਜਿਹੜੇ ਰਿਮੂਵਲ ਪ੍ਰੋਸੈਸ ਤੋਂ ਬਚਾ ਚੁੱਕੇ ਹੈਗੇ ਜੀ ਬਿਲਕੁਲ ਤੇ ਸਰ ਆਪਣੇ ਕੰਟੈਕਟ ਨੰਬਰ ਤੇ ਡਿਟੇਲਸ ਵੀ ਦੇ ਦਿਓ ਜੀ ਬਿਲਕੁਲ ਜੀ ਸਾਡੇ ਆਫਿਸ ਦੇ ਬ੍ਰੈਂਪਟਨ ਦੇ ਵਿੱਚ ਹੈਗੇ ਆ ਜੀ ਸਟੀਲਸ ਐਂਡ ਟੌਰਬਨ ਦੇ ਉੱਤੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵਨਿਊ ਤੇ ਐਬਸਫੋਰਡ ਦੇ ਵਿੱਚ ਉਹ ਆਫਿਸ ਹੈ ਜਿਹੜਾ ਸਾਊਥ ਫਰੇਜ਼ਰ ਵੇ ਦੇ ਉੱਤੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਸੈਕੰਡ ਫਲੋਰ ਦੇ ਉੱਤੇ ਦੁਬਈ 'ਚ ਆਫਿਸ ਹੈ ਪੰਜਾਬ 'ਚ ਲੁਧਿਆਣਾ ਜਲੰਧਰ ਤੇ ਮੋਹਾਲੀ ਦੇ ਵਿੱਚ ਆਫਿਸ ਨੇ ਸਾਰੇ ਆਫਿਸਿਸ ਦੇ ਜਿਹੜੇ ਨੰਬਰ ਨੇ ਉਹ ਸਕਰੀਨ ਤੇ ਆ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਚ ਆਉਣ ਲਈ ਧੰਨਵਾਦ ਸੋ ਦੋਸਤੋ ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ CWC ਤੋਂ ਮਿਸਟਰ ਗੁਰਪ੍ਰੀਤ ਖਹਿਰਾ ਤੋਂ ਕੋਈ ਵੀ ਸੇਵਾਵਾਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਹਮਦਰਦ TV ਸਤਿ ਸ਼੍ਰੀ ਅਕਾਲ
ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਵਿੱਚ ਮਾਣੋ ਭਾਰਤੀ ਖਾਣੇ ਦਾ ਸਵਾਦ। ਸਵੀਟ ਮਹਲ, ਹਰ ਖਾਣੇ